हर बंदा अपनी जनानी नाल गृहस्थ करन तो पहलां चाहुंदा कि मैं झोटांगा, ते हर जनानी बंदे नूं ये गल साबित करनी चाहुंदी है कि मेरे तो सुंदर गृहस्थी जिंदगी तैनूं कोई दे नहीं सकदा। बंदे 100% बिल्कुल ठीक आ, पर वो कल्ले बोले हुए औरत दे बोल आदमी नूं बिल्कुल नामर्द बना दिंदे। जिवें क्यों कि जदों तुहाडे तो कुछ हुंदा ही नहींगा तो तुसीं कपड़े कातों लहा लैंदे हो मेरे। हालांकि वो बंदा 99% ठीक। अज तो ब्याहे हुए बंदे का नहीं पता भी दूजी बार ब्याह कराउण कुआड़ी ना चला जाए। जनानी जिन्हें 2 बार ब्याह कराया होया 3 बार ब्याह कराउण तो बाद भी कुआरी बन के ब्याह करा दी। ਸਾਨੂੰ ਸਮਝਾਉਂਗੇ ਤੇ ਕਿਵੇਂ ਔਰਤ ਨੂੰ ਜਿਹੜਾ ਇੰਡੀਪੈਂਡੈਂਸ ਦੇ ਨਾਂ ਦੇ ਉੱਤੇ ਜਾਂ ਮਰਦ ਨੂੰ ਇੰਡੀਪੈਂਡੈਂਸ ਦੇ ਨਾਂ ਦੇ ਉੱਤੇ ਆਜ਼ਾਦੀ ਦੇ ਨਾਂ ਦੇ ਉੱਤੇ ਕਿਵੇਂ ਗੁਲਾਮ ਬਣਾਇਆ ਗਿਆ, ਕਿਵੇਂ ਜਿਹੜੇ ਪਰਿਵਾਰਿਕ ਸਿਸਟਮ ਨੂੰ ਤਾਣਾ ਬਾਣਾ ਖਰਾਬ ਕੀਤਾ ਗਿਆ। ਔਰਤ ਦੀ ਨਿਗਾਹ 5 ਸਕਿੰਟਾਂ ਦੇ ਵਿੱਚ ਬੰਦੇ ਨੂੰ ਪਰਖ ਦਿੰਦੀ ਹੈ ਵੀ ਇਹ ਕਿਸ ਲੈਵਲ ਦਾ ਬੰਦਾ। ਅੱਜ ਕੱਲ੍ਹ ਵੀ ਬਹੁਤ ਸਾਰੀਆਂ ਔਰਤਾਂ ਇੱਦਾਂ ਦੀਆਂ ਨੇ ਜਿਹੜੀਆਂ ਜੌਬ ਕਰਦੀਆਂ ਨੇ ਔਰ ਜੌਬ ਦੇ ਨਾਂ ਦੇ ਉੱਤੇ ਉਹ ਫਿਰ ਪੂਰੇ ਪਰਿਵਾਰ ਦਾ ਸ਼ੋਸ਼ਣ ਵੀ ਕਰਦੀਆਂ ਨੇ। ਔਰਤਾਂ ਇਸ ਤਰ੍ਹਾਂ ਦੇ ਲਾਲਚਨ ਲਾਉਂਦੀਆਂ ਨੇ ਕਿ ਆਦਮੀ ਦੇ ਉੱਤੇ ਜਦੋਂ ਕਿਤੇ ਵੀ ਨਾ ਕੋਈ ਗੱਲ ਬੇੜਾ ਪਾਰ ਲੱਗਦਾ ਦਿਖੇ ਤਾਂ ਗ੍ਰਸਤ ਵਾਲੇ ਪਾਸੇ ਦਾਗ ਲਾ ਦਿਓ ਜੀ। ਉਹਨਾਂ ਦੇ ਬਹੁਤ ਇਲਾਜ ਹੈ, ਪਰ ਉਹ ਇਲਾਜ ਹੈ ਵੀ ਉਹ ਤੁਹਾਨੂੰ ਆਪਣੇ ਆਪ ਨੂੰ ਖੜਾਉਣਾ ਪੈਣਾ ਇੱਕ ਜਗ੍ਹਾ 'ਤੇ ਲਿਜਾ ਕੇ ਕਿ ਮੈਂ ਆਪਣੇ ਆਪ ਨੂੰ ਤਾਂ ਦੇਖ ਲਾਂ। ਘਰ ਵਾਲੀ ਦਾ ਵੱਧਦਾ BP, ਬੰਦਾ ਸਾਊ ਹੈ, ਉਹਨੂੰ ਸਮਝ ਲੈਣਾ ਚਾਹੀਦਾ ਕਿ ਇਹਦਾ BP ਵੱਧਦਾ, ਇਹ ਨਹੀਂ ਬੋਲ ਰਹੀ, ਇਹਦੇ ਅੰਦਰ ਬੈਠਾ BP ਬੋਲ ਰਿਹਾ। ਅੱਜ ਸ਼ਬਦਾਂ ਨੇ ਐਸਾ ਏਰ ਫੇਰ ਕਰਤਾ ਸਾਡੇ ਅੰਦਰ ਕਿ ਅਸੀਂ ਇੱਕ ਪਰਿਵਾਰ ਦੇ ਵਿੱਚ ਜ਼ਰੂਰ ਰਹਿ ਰਹੇ ਹਾਂ, ਪਰ ਉਸ ਪਰਿਵਾਰ ਦੇ ਵਿੱਚ ਕਿੰਨੇ ਕੁ ਪਰਿਵਾਰ ਰਹਿ ਰਹੇ ਆ ਇਸ ਗੱਲ ਨੂੰ ਸਮਝਣ ਵਾਸਤੇ ਬਹੁਤ ਦੂਰ ਜਾਣਾ ਪੈਣਾ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ, ਇੱਕ ਵਾਰ ਫੇਰ ਹਾਜ਼ਰ ਹਾਂ ਨਵੀਂ ਗੱਲਬਾਤ ਨਵਾਂ ਵਿਸ਼ਾ ਲੈ ਕੇ। ਅੱਜ ਦਾ ਵਿਸ਼ਾ ਜਿਹੜਾ ਅਸੀਂ ਇੱਥੇ ਚਰਚਾ ਕਰਨ ਜਾ ਰਹੇ ਹਾਂ ਉਹ ਵਿਸ਼ਾ ਹੈ ਕਿ ਸਾਡੇ ਬਹੁਤ ਸਾਰੇ ਅਜਿਹੇ ਬੋਲ ਹੁੰਦੇ ਨੇ ਜੋ ਦੂਜਿਆਂ ਨੂੰ ਬਿਮਾਰੀਆਂ ਲਗਾ ਸਕਦੇ ਨੇ, ਜਾਂ ਫਿਰ ਦੂਜਿਆਂ ਦੇ ਬਹੁਤ ਸਾਰੇ ਅਜਿਹੇ ਬੋਲ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਨਿਕਲ ਸਕਦੇ ਨੇ ਜਿਸ ਨਾਲ ਸਾਡਾ ਸਰੀਰ ਰੋਗੀ ਹੋ ਸਕਦਾ ਹੈ। ਇਹ ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾ, ਇਹ ਮੈਂ ਕੋਈ ਅਸੀਂ ਕਹਿ ਸਕਦੇ ਹਾਂ ਕੋਈ ਬਿਨਾਂ ਕਿਸੇ ਤੱਥ ਤੋਂ ਗੱਲ ਨਹੀਂ ਕਰ ਰਿਹਾ। ਇਹ ਵਿਦ ਤੱਥ ਜਿਹੜੇ ਅਸੀਂ ਕਹਿ ਸਕਦੇ ਹਾਂ ਉਹ ਗੱਲਾਂ ਪ੍ਰੂਵ ਹੋ ਚੁੱਕੀਆਂ ਨੇ। ਤੇ ਕਿਵੇਂ ਇਹ ਧਾਰਨਾ ਕੰਮ ਕਰਦੀ ਹੈ, ਕਿਵੇਂ ਵਰਤਾਰਾ ਕੰਮ ਕਰਦਾ ਹੈ, ਕਿਸ ਤਰੀਕੇ ਨਾਲ ਇੱਕ ਬੋਲਾਂ ਦੇ ਜ਼ਰੀਏ ਪੂਰੀ ਗ੍ਰਸਤੀ ਢਹਿ ਢੇਰੀ ਹੋ ਸਕਦੀ ਹੈ, ਪੂਰਾ ਪਰਿਵਾਰ ਢਹਿ ਢੇਰੀ ਹੋ ਸਕਦਾ ਹੈ ਔਰ ਜ਼ਿੰਦਗੀ ਅਸਤ ਵਿਅਸਤ ਹੋ ਸਕਦੀ ਹੈ। ਇਸ ਬਾਬਤ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਇੱਕ ਵਾਰ ਫੇਰ ਮੌਜੂਦ ਨੇ ਵੈਦ ਜਗਦੀਪ ਜੀ। ਉਹਨਾਂ ਨਾਲ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਨੂੰ ਫੋਨ ਆ ਰਹੇ ਸੀ, ਬਹੁਤ ਸਾਰੀਆਂ ਕਾਲਸ ਆ ਰਹੀਆਂ ਸੀ ਕਿ ਇਸ ਵਿਸ਼ੇ ਦੇ ਉੱਤੇ ਗੱਲਬਾਤ ਹੈ ਉਹ ਜਿਹੜੀ ਜ਼ਰੂਰ ਵੈਦ ਸਾਹਿਬ ਨਾਲ ਕੀਤੀ ਜਾਵੇ ਕਿ ਬਿਨਾਂ ਦਵਾਈ ਤੋਂ, ਬਿਨਾਂ ਕਿਸੇ ਚੱਕਰ ਦੇ ਵਿੱਚ ਪਿਆ, ਬਗੈਰ ਦਵਾਈਆਂ ਤੋਂ ਅਸੀਂ ਆਪਣਾ ਗ੍ਰਸਤੀ ਜੀਵਨ, ਅਸੀਂ ਆਪਣਾ ਜ਼ਿੰਦਗੀ ਕਿਵੇਂ ਖੁਸ਼ਹਾਲ ਕਰ ਸਕਦੇ ਹਾਂ। ਗੱਲਬਾਤ ਕਰਦੇ ਹਾਂ, ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਵੈਦ ਜੀ ਹਕੀਕਤ ਟੀਵੀ ਪੰਜਾਬੀ ਦੇ ਇੱਕ ਵਾਰ ਫੇਰ। ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ, ਤੁਸੀਂ ਟਾਈਮ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਸਰੋਤਿਆਂ ਨੂੰ ਤੇ ਸੁਣਨ ਵਾਲਿਆਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਤੇ ਕੋਸ਼ਿਸ਼ ਕਰਦਾ ਹਾਂ ਕਿ ਮੈਂ ਕਿਸੇ ਦੇ ਕੰਮ ਆ ਸਕਾਂ, ਇੰਨਾ ਮੇਰਾ ਮਸਲਾ ਹੈ ਜੀ। ਦੁਆਵਾਂ ਤਾਂ ਤੁਹਾਨੂੰ ਵੀ ਬਹੁਤ ਮਿਲਦੀਆਂ ਨੇ ਔਰ ਬਹੁਤ ਵਧੀਆ ਜਿਹੜੀਆਂ ਤੁਹਾਡੀ ਵੀਡੀਓਜ਼ ਨੂੰ, ਤੁਹਾਡੀ ਗੱਲਬਾਤ ਨੂੰ ਰਿਸਪਾਂਸ ਬਹੁਤ ਵਧੀਆ ਆ ਰਿਹਾ। ਸੋ ਸ਼ੁਰੂਆਤ ਕਰ ਲੈਂਦੇ ਹਾਂ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਲੋਕ ਚਾਹੁੰਦੇ ਨੇ ਕਿ ਇੱਕ ਵੀਡੀਓ ਬਣਾਈ ਜਾਵੇ ਕਿ ਪਰਿਵਾਰਿਕ ਰਿਸ਼ਤਿਆਂ ਦੇ ਉੱਤੇ ਕਿਸ ਤਰੀਕੇ ਨਾਲ ਜਿਹੜੀਆਂ ਬਿਮਾਰੀਆਂ ਅੱਡ ਅੱਡ ਹੋ ਰਹੀਆਂ ਨੇ ਔਰ ਸਾਨੂੰ ਪਤਾ ਵੀ ਨਹੀਂ ਲੱਗਦਾ। ਕੀ ਮੰਨਣਾ ਤੁਹਾਡਾ, ਅੱਜ ਕੱਲ੍ਹ ਇਹੋ ਜਿਹਾ ਵਰਤਾਰਾ ਸਾਡੇ ਸਮਾਜ ਦੇ ਵਿੱਚ ਕਿੱਥੋਂ ਆਇਆ? ਅਸੀਂ ਤਾਂ ਇੱਕ ਦੂਜੇ ਦੇ ਪੂਰਕ ਹੁੰਦੇ ਸੀ, ਅਸੀਂ ਪ੍ਰਤੀਰੋਧਕ ਕਿਵੇਂ ਬਣ ਗਏ? ਫਰੂਕੀ ਸਾਹਿਬ, ਮੈਂ ਜੋ ਖਾਸ ਕਰਕੇ ਜਿਵੇਂ ਬਹੁਤ ਸਾਰੇ ਤਰ੍ਹਾਂ ਦੇ ਮਰੀਜ਼ ਦੇਖਦੇ ਹਾਂ, ਜਿਹਦੇ 'ਚ ਅਸੀਂ ਸੈਕਸ ਦੇ ਮਰੀਜ਼ ਵੀ ਦੇਖੇ ਆ ਔਰ ਸ਼ੂਗਰ ਨਾਲ ਪੀੜਿਤ ਬੰਦੇ ਵੀ ਦੇਖੇ ਆ, ਗ੍ਰਸਤੀ ਬੰਦੇ ਵੀ ਦੇਖੇ ਆ। ਇਸ ਤੋਂ ਇਲਾਵਾ ਫੈਮਿਲੀ ਰਿਲੇਸ਼ਨਸ ਵੀ ਆ, ਕੁਛ ਸੋਸ਼ਲ ਵਰਕਰ ਵੀ ਹੋਣ ਦੇ ਉਹਨਾਂ ਦੇ ਨਾਤੇ ਜਿਵੇਂ ਪਿੰਡਾਂ 'ਚ ਕੈਂਪ ਲਾਉਂਦੇ ਆ। ਆਮ ਤੌਰ 'ਤੇ ਮੇਰੇ ਅੱਛੇ ਦੋਸਤ ਯਾਰ ਅਤੇ ਰਲ ਕੇ ਅਸੀਂ ਜਿਹੜਾ ਸਮਾਜ ਦੇ ਵਿੱਚ ਜਿਉਂਦੇ ਹਾਂ ਜੀ, ਹਰ ਜਗ੍ਹਾ ਦੇ ਉੱਤੇ ਦੇਸ਼ ਵਿਦੇਸ਼ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਹੈ। ਸ਼ਬਦ ਜਿਹੜੇ ਆ ਉਹ ਬੜਾ ਕੰਮ ਕਰਦੇ ਆ। ਅੱਜ ਸ਼ਬਦਾਂ ਨੇ ਐਸਾ ਏਰ ਫੇਰ ਕਰਤਾ ਸਾਡੇ ਅੰਦਰ ਕਿ ਅਸੀਂ ਇੱਕ ਪਰਿਵਾਰ ਦੇ ਵਿੱਚ ਜ਼ਰੂਰ ਰਹਿ ਰਹੇ ਹਾਂ, ਪਰ ਉਸ ਪਰਿਵਾਰ ਦੇ ਵਿੱਚ ਕਿੰਨੇ ਕੁ ਪਰਿਵਾਰ ਰਹਿ ਰਹੇ ਆ ਇਸ ਗੱਲ ਨੂੰ ਸਮਝਣ ਵਾਸਤੇ ਬਹੁਤ ਦੂਰ ਜਾਣਾ ਪੈਣਾ। ਅੱਗੇ ਗੁਆਂਢੀ ਹੁੰਦਾ ਸੀਗਾ, ਅੱਜ ਇੱਕ ਘਰ ਦੇ ਵਿੱਚ ਕਿੰਨੇ ਗੁਆਂਢੀ ਹੈ ਇਹ ਪਤਾ ਕਰਨਾ ਪੈਣਾ।
ਅੱਗੇ ਇੱਕ ਘਰ ਸੀਗਾ, ਘਰ ਦੇ ਵਿੱਚ 2 ਕਮਰੇ ਸੀਗੇ ਤੇ 4 ਜੀ ਰਹਿੰਦੇ ਸੀਗੇ, ਉਹ ਘਰ ਸੀਗਾ। ਪਰ ਅੱਜ ਇੱਕ ਘਰ ਆ, ਬੈਡਰੂਮ ਘਰ ਵਾਲੀ ਦਾ ਅੱਡ ਹੈ, ਹਸਬੈਂਡ ਦਾ ਅੱਡ ਹੈ, ਬੇਟੀ ਦਾ ਹੈ ਬੈਡਰੂਮ ਅੱਡ ਹੈ, ਬੇਟੇ ਦਾ ਅੱਡ ਹੈ, ਨੌਕਰ ਦਾ ਅੱਡ ਹੈ, ਅਤੇ ਅਸੀਂ ਇੱਕ ਘਰ ਦੇ ਵਿੱਚ ਹੀ ਗੁਆਂਢੀ ਹਾਂ। ਪਹਿਲਾਂ ਗੁਆਂਢ ਪਤਾ ਕਰਨਾ ਪੈਂਦਾ ਸੀ, ਅੱਜ ਤਾਂ ਇੱਕ ਘਰ ਦੇ ਵਿੱਚ ਕਿੰਨੇ ਗੁਆਂਢੀ ਆ, ਇਹ ਵੀ ਬੜਾ ਵੱਡਾ ਸਵਾਲ ਹੈ। ਦੂਸਰੀ ਗੱਲ ਜਿਹੜੀ ਮੈਂ ਆਪਣੇ ਹੁਣ ਪਿਛਲੇ 10 ਕੁ ਸਾਲਾਂ ਦੇ ਵਿੱਚ ਸ਼ੂਗਰ ਦੇ ਪੇਸ਼ੈਂਟ, ਕਿਉਂਕਿ ਸਭ ਤੋਂ ਜ਼ਿਆਦਾ ਸ਼ੂਗਰ ਦੇ ਪੇਸ਼ੈਂਟ ਅਸੀਂ ਅਟੈਂਡ ਕਰਦੇ ਹਾਂ। ਆਯੁਰਵੈਦਿਕ ਫਾਰਮੂਲੇਸ਼ਨ ਜੋ ਸਰਦਾਰ ਕੇਸਰ ਸਿੰਘ ਜੀ ਵੱਲੋਂ ਬਣਾਈ ਜਾਂਦੀ ਫਾਰਮੂਲੇਸ਼ਨ ਕਯਾਮਤ ਜੀਆਬੈਤਿਸ, ਉਹ ਅਸੀਂ ਪ੍ਰੋਡਕਟ ਬਣਾਉਂਦੇ ਹਾਂ। ਬਹੁਤ ਬੰਦੇ ਜਿਹੜੇ ਤਰਸਯੋਗ ਵੀ ਨੇ, ਉਹਨਾਂ ਨੇ ਜਦੋਂ ਆ ਕੇ ਸ਼ਬਦਾਵਲੀ ਜਦੋਂ ਦੱਸੀ ਕਿ ਮੇਰੀ ਗ੍ਰਸਤੀ ਜ਼ਿੰਦਗੀ ਦੇ ਵਿੱਚ ਮੇਰੇ ਪਾਰਟਨਰ ਵੱਲੋਂ, ਮੇਰੀ ਵਾਈਫ ਵੱਲੋਂ ਜਿਹੜੇ ਸ਼ਬਦ ਮੇਰੇ 'ਤੇ ਯੂਜ਼ ਕੀਤੇ ਗਏ, ਉਹਨਾਂ ਕਰਕੇ ਜਿੱਥੇ ਮੈਂ ਸ਼ੂਗਰ ਦਾ ਮਰੀਜ਼ ਤਾਂ ਸੀਗਾ ਹੀ, ਉਹ ਸ਼ੂਗਰ ਦੇ ਮਰੀਜ਼ ਨਾਲ ਸ਼ੂਗਰ ਕਿਸੇ ਨੇ ਘੋਲ ਕੇ ਤਾਂ ਪੀਤੀ ਨਹੀਂ ਵੀ ਅੰਦਰ ਸ਼ੂਗਰ ਚਲੀ ਗਈ, ਪੈਨਕ੍ਰੀਆਸ ਖਰਾਬ ਹੋ ਗਿਆ, ਉਹਨੇ ਹਾਰਮੋਨਸ ਬਣਾਉਣੇ, ਇਨਸੂਲਿਨ ਬਣਾਉਣੀ ਬੰਦ ਕਰਤੀ, ਮੈਂ ਸ਼ੂਗਰ ਦਾ ਮਰੀਜ਼ ਬਣ ਗਿਆ। ਲੇਕਿਨ ਜਿਹੜੇ ਸ਼ਬਦ ਮੇਰੀ ਗ੍ਰਸਤੀ ਨੂੰ ਲੈ ਕੇ ਅੱਜ ਮੈਂ ਆਪਣੇ ਪਰਿਵਾਰ ਤੋਂ ਸੁਣਦਾ ਹੈ, ਉਹ ਮੇਰੇ ਨਾ ਸੁਣਨ ਯੋਗ ਹੈ। ਮੇਰੀ ਗ੍ਰਸਤੀ ਜ਼ਿੰਦਗੀ ਬਰਬਾਦ ਹੋ ਰਹੀ ਹੈ। ਬਹੁਤ ਸਾਰੇ ਥਾਵਾਂ ਦੇ ਉੱਤੇ ਫੈਮਿਲੀ ਬਿਲਕੁਲ ਚੰਗੀ ਹੈ, ਲੇਕਿਨ ਹਸਬੈਂਡ ਵਾਈਫ ਦਾ ਜਿਹੜਾ ਆਪਸੀ ਤਾਲਮੇਲ ਹੈ ਉਹ ਬਹੁਤਾ ਚੰਗਾ ਨਹੀਂ ਗਾ। ਤੀਸਰਾ ਨੰਬਰ ਸਾਡੇ ਰਿਲੇਸ਼ਨਸ ਜਿਹੜੇ ਨੇ, ਅੱਗੇ ਸੀਗਾ ਵੀ ਜਿਹੜੀ ਪਰਚੀ ਦਿਖਾ ਕੇ ਕੁੜੀ ਵਿਆਹ ਲੈਂਦੀ ਜਾਂ ਨਾਈਆਂ ਨੇ ਸ਼ਗਨ ਕਰਤਾ, ਕੁੜੀ ਦੇਖ ਆਂਦੀ ਤਾਂ ਰਿਸ਼ਤਾ ਹੋ ਗਿਆ, ਉਹਨਾਂ ਵਿਸ਼ਵਾਸ ਸੀ ਸਾਡੇ ਆਪਦੇ ਮਾਂ ਪਿਓ ਨੂੰ ਜਾਂ ਵਿਚੋਲੇ ਦੇ ਉੱਤੇ ਉੱਡਾ ਵਿਸ਼ਵਾਸ ਕੀਤਾ ਜਾ ਸਕਦਾ ਸੀਗਾ। ਅੱਜ ਤਾਂ ਵਿਆਹੇ ਹੋਏ ਬੰਦੇ ਦਾ ਨਹੀਂ ਪਤਾ ਵੀ ਦੂਜੀ ਵਾਰ ਵਿਆਹ ਕਰਾਉਣ ਕੁਆਰੀ ਨਾ ਚਲੇ ਜਾਵੇ, ਜਾਂ ਕੁਆਰੀ ਜਨਾਨੀ ਜਿਹਨੇ 2 ਵਾਰ ਵਿਆਹ ਕਰਾਇਆ ਹੋਇਆ, 3 ਵਾਰ ਵਿਆਹ ਕਰਾਉਣ ਤੋਂ ਬਾਅਦ ਵੀ ਕੁਆਰੀ ਬਣ ਕੇ ਵਿਆਹ ਕਰਾ ਦੀ ਹੈ। ਮਤਲਬ ਧੋਖਾਧੜੀ ਵਧਣ ਕਰਕੇ ਅੱਜ ਲੋਕ ਚਾਹੁੰਦੇ ਆ ਵੀ ਵਿਆਹ ਕਰਨ ਤੋਂ ਪਹਿਲਾਂ, ਹੁਣ ਤਾਂ ਐਗਰੀਮੈਂਟ ਵਿਆਹ ਹੋਣ ਲੱਗ ਗਏ ਜੀ। ਉਹ ਸ਼ਬਦ ਜਿਹੜੇ ਨੇ, ਉਹ ਸ਼ਬਦਾਂ ਦੇ ਏਰ ਫੇਰ ਦੇ ਵਿੱਚ ਇੰਨੀ ਕਸੂਤੀ ਜ਼ਿੰਦਗੀ ਲੋਕਾਂ ਦੀ ਅੜ ਗਈ ਕਿ ਹਰ ਬੰਦਾ ਆਪਣੀ ਜਨਾਨੀ ਨਾਲ ਗ੍ਰਸਤ ਕਰਨ ਤੋਂ ਪਹਿਲਾਂ ਚਾਹੁੰਦਾ ਕਿ ਮੈਂ ਝੋਟਾਂਗਾ, ਅਤੇ ਹਰ ਜਨਾਨੀ ਬੰਦੇ ਨੂੰ ਇਹ ਗੱਲ ਸਾਬਤ ਕਰਨੀ ਚਾਹੁੰਦੀ ਹੈ ਕਿ ਮੇਰੇ ਤੋਂ ਸੁੰਦਰ ਗ੍ਰਸਤੀ ਜ਼ਿੰਦਗੀ ਤੈਨੂੰ ਕੋਈ ਦੇ ਨਹੀਂ ਸਕਦੀ। ਉਹ ਜਿਹੜੀ ਇਹ ਹੋੜ ਲੱਗ ਗਈ, ਇਸ ਹੋੜ ਨੇ ਸਾਡੇ ਪਰਿਵਾਰਾਂ ਦੇ ਵਿੱਚ ਬਹੁਤ ਵੱਡੀ ਤਰੇੜ ਲਿਆਤੀ। ਅੱਜ ਬੰਦਾ ਗ੍ਰਸਤ ਤੋਂ ਜਿਹੜਾ ਅਸੰਤੁਸ਼ਟ ਹੈ, ਜਿੱਥੇ ਉਹ ਆਪਣਾ ਬਾਕੀ ਪਰਿਵਾਰ ਦੇ ਵਿੱਚ ਮੈਟਰ ਕਰਦਾ ਸਾਰੀ ਜ਼ਿੰਦਗੀ ਨੂੰ, ਉੱਥੇ ਉਹਦੇ ਕਾਰੋਬਾਰ 'ਤੇ ਬੜਾ ਇਫੈਕਟ ਪੈਂਦਾ। ਜਿਹੜੇ ਲੋਕ ਘਰੋਂ ਗ੍ਰਸਤ ਕਰਕੇ ਨਹੀਂ ਜਾਂਦੇ, ਜਾਂ ਘਰੇ ਜਿਨ੍ਹਾਂ ਦੀ ਅਸੰਤੁਸ਼ਟ ਜ਼ਿੰਦਗੀ ਹੈ, ਜਾਂ ਜਿਹੜੇ ਪਰਿਵਾਰ ਘਰ ਦੇ ਵਿੱਚ ਸੰਤੁਸ਼ਟ ਜ਼ਿੰਦਗੀ ਨਹੀਂ ਜਿਉਂਦੇ, ਫਿਰ ਉਹਨਾਂ ਦੇ ਕਿਸੇ ਵੀ ਪਰਿਵਾਰ ਦੇ ਵਿੱਚ ਹੋਰ ਰਿਲੇਸ਼ਨ ਹੋ ਸਕਦੇ ਆ। ਕਈਆਂ ਦੇ ਆਪਣੇ ਬਿਜ਼ਨਸ ਦੇ ਵਿੱਚ ਹੋਰ ਰਿਲੇਸ਼ਨ ਬਣ ਜਾਂਦੇ ਆ। ਕਈ ਬੰਦੇ ਜਾਂਦੇ ਘਰੋਂ ਕੰਮ 'ਤੇ ਹੈ ਅਤੇ ਫਿਰਦੇ ਕਿਸੇ ਹੋਟਲਾਂ ਦੇ ਵਿੱਚ ਹੈ। ਕਈ ਬੰਦੇ ਜਾਂਦੇ ਘਰੋਂ ਘਰ ਤੋਂ ਲੈ ਕੇ ਕੰਮ 'ਤੇ ਹੈ, ਲੇਕਿਨ ਪਰਿਵਾਰ ਦੇ ਵਿੱਚ ਜਾਂ ਲੋਕਾਂ ਦੀਆਂ ਔਰਤਾਂ ਦੇ ਨਾਲ, ਜਾਂ ਦਫ਼ਤਰ 'ਚ ਰੱਖੀਆਂ ਕੁੜੀਆਂ ਦੇ ਨਾਲ, ਜਾਂ ਮੈਡਮਾਂ ਦੇ ਨਾਲ, ਜਾਂ ਗਲਤ ਜਨਾਨੀਆਂ ਦੇ ਨਾਲ ਉਹਨਾਂ ਦੇ ਰਿਲੇਸ਼ਨ ਨੇ। ਉਹ ਸਾਰੀ ਚੀਜ਼ ਦਾ ਜਿਹੜਾ ਸਿਸਟਮ ਖੜਾ ਹੁੰਦਾ, ਉਹ ਕਿਤੋਂ ਨਾ ਕਿਤੋਂ ਘਰ ਜ਼ਿੰਮੇਵਾਰ ਹੈ ਜੀ। ਘਰ ਜ਼ਿੰਮੇਵਾਰ, ਹਾਂਜੀ। ਉਹ ਕਿਵੇਂ? ਉਹ ਸਭ ਤੋਂ ਵੱਡਾ ਸਵਾਲ ਹੈ ਕਿ ਹੁਣ ਘਰੋਂ ਸੰਤੁਸ਼ਟ ਨਹੀਂ ਗਿਆ ਬੰਦਾ। ਜਿਹੜੇ ਬੰਦੇ ਤਾਂ ਰਾਤ ਨੂੰ ਸੈਕਸ ਕਰਨ ਨੂੰ ਮਨ ਕਰ ਰਿਹਾ, ਆਪਾਂ ਸਿੱਧੇ ਸ਼ਬਦਾਂ 'ਚ ਗੱਲ ਕਰੀਏ, ਹਸਬੈਂਡ ਵਾਈਫ ਦਾ ਰਿਲੇਸ਼ਨ ਨਹੀਂ ਗਾ। ਇਹ ਗੱਲ ਬੰਦੇ 'ਤੇ ਵੀ ਲਾਗੂ ਹੁੰਦੀ ਹੈ, ਗੱਲ ਜਨਾਨੀ 'ਤੇ ਵੀ ਲਾਗੂ ਹੈ। ਹੁਣ ਜਿਹੜਾ ਬੰਦਾ ਆਪਣੀ ਜਨਾਨੀ ਨੂੰ ਛੱਡ ਕੇ ਅਤੇ ਹੋਰ ਜਨਾਨੀਆਂ ਨੂੰ ਤਾਂ ਕੌਫੀ ਪਿਆਉਂਦਾ ਫਿਰਦਾ, ਅਤੇ ਜਨਾਨੀ ਆਪਦੀ ਨੂੰ ਅੱਜ ਤੱਕ ਕਿਤੇ ਲੈ ਕੇ ਨਹੀਂ ਗਿਆ, ਨਾ ਕਿਤੇ ਬਾਹਰ ਲੈ ਕੇ ਗਿਆ, ਨਾ ਘੁਮਾਉਣ ਵਾਸਤੇ ਲੈ ਕੇ ਗਿਆ, ਨਾ ਕਦੇ ਉਹਨੇ ਚਾਹ ਪਾਣੀ ਪੁੱਛਿਆ। ਰਿਲੇਸ਼ਨਸ ਉਹਦੇ ਇਹੋ ਜਿਹੇ ਆ, ਦਿਖਾਉਂਦਾ ਲੋਕਾਂ ਨੂੰ ਇਹ ਹੈ ਕਿ ਨਾਲ ਮੈਂ ਇੱਕ ਘਰ ਵਾਲੀ ਨੂੰ ਲਈ ਫਿਰਦਾ, ਅਤੇ ਆਫਟਰ ਆਲ ਉਸ ਜਨਾਨੀ ਨੂੰ ਵੀ ਤਾਂ ਲੋੜ ਆ ਨਾ ਇੱਕ ਬੰਦੇ ਦੀ। ਇਕੱਲੇ ਗ੍ਰਸਤ 'ਤੇ ਜਨਾਨੀ ਨਹੀਂ ਖੜ੍ਹਦੀ, ਜਨਾਨੀ ਨੂੰ ਇੱਕ ਅੱਛਾ ਸਤਿਕਾਰ ਚਾਹੀਦਾ, ਅੱਛਾ ਰਿਲੇਸ਼ਨ ਚਾਹੀਦਾ, ਅੱਛਾ ਪਰਿਵਾਰ ਚਾਹੀਦਾ, ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ, ਉਹ ਰਿਸਪੈਕਟ ਚਾਹੀਦੀ ਹੈ। ਜਿੱਥੇ ਔਰਤਾਂ ਦੀ ਰਿਸਪੈਕਟ ਘੱਟ ਹੈ, ਉੱਥੇ ਵੀ ਰਿਲੇਸ਼ਨ ਖਰਾਬ ਹੈ। ਜਿੱਥੇ ਔਰਤਾਂ ਦਾ ਤਿਰਸਕਾਰ ਹੈ, ਉੱਥੇ ਵੀ ਰਿਲੇਸ਼ਨ ਖਰਾਬ ਹੈ। ਅਤੇ ਜਿੱਥੇ ਹਸਬੈਂਡ ਵਾਈਫ ਦਾ ਰਿਲੇਸ਼ਨ ਖਰਾਬ ਹੈ, ਉਹਦੇ ਨਾਲ ਗ੍ਰਸਤੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਇਫੈਕਟ ਪੈ ਰਿਹਾ ਹੈਗਾ ਜੀ। ਜੀ। ਅਤੇ ਡਾਕਟਰ ਸਾਹਿਬ, ਇੱਕ ਵੱਡਾ ਸਵਾਲ ਇੱਥੇ ਇਹ ਸਭ ਤੋਂ ਪਹਿਲਾਂ ਖੜਾ ਹੁੰਦਾ, ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਘਰ ਸਾਡਾ ਉਹ ਬੂਟਾ ਹੈ ਜਿਹਨੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਕੇ ਦਰਖਤ ਬਣਨਾ ਹੈ ਔਰ ਸਾਨੂੰ ਛਾਂ ਦੇਣੀ ਹੈ। ਪਰ ਅੱਜ ਉਹੀ ਬੂਟਾ ਹੈ ਜਿਹੜਾ ਬੋਲ ਕਬੋਲਾਂ ਨਾਲ ਅਸੀਂ ਕਹਿ ਸਕਦੇ ਕਿ ਮੁਰਝਾ ਕਿਵੇਂ ਜਾਂਦਾ। ਦੇਖੋ ਜੀ, ਬੋਲ ਕਬੋਲ ਕਈ ਗੱਲਾਂ 'ਤੇ ਆ ਕੇ ਡਿਪੈਂਡ ਹੈ। ਕਿ ਪਹਿਲੀ ਗੱਲ ਤਾਂ ਜਿਹੜੇ ਤੁਹਾਡੇ ਰਿਲੇਸ਼ਨਸ ਨੇ ਪਹਿਲੇ ਦਿਨ ਤੋਂ ਡਿਵੈਲਪ ਕਿਹੋ ਜਿਹੇ ਹੋਏ ਆ। ਹੁਣ
ਇਹੋ ਜਿਹੇ ਵੀ ਮੈਂ ਪਰਿਵਾਰ ਦੇਖੇ ਹੈ ਜਿੱਥੇ ਔਰਤ ਨੇ ਆ ਕੇ ਗੱਲ ਇੱਕੋ ਹੀ ਕਹਿਤੀ ਕਿ ਜਿੱਦਾਂ ਦੀ ਮੈਂ ਆਈ ਹਾਂ ਉੱਦਾਂ ਦੀ ਰੋਟੀ ਪੱਕਣ ਲੱਗੀ ਹੈ। ਹੁਣ ਇਹ ਸਵਾਲ ਅਤੇ ਜਵਾਬ ਵੀ ਬੜਾ ਗਲਤ ਹੈ ਵੀ ਜਿੱਦਾਂ ਦੀ ਬੀਬੀ ਆਈ ਹੈ ਜੇ ਉੱਦਾਂ ਦੀ ਰੋਟੀ ਪੱਕਦੀ ਹੈ ਤਾਂ ਤੁਸੀਂ ਤਾਂ ਫਿਰ ਸਾਡੇ ਨਾਲ ਰਿਸ਼ਤਾ ਉੱਦਾਂ ਇਸ ਕਰਕੇ ਕੀਤਾ ਅਸੀਂ ਭੁੱਖੇ ਮਰਦੇ ਸੀਗੇ, ਅਤੇ ਭੁੱਖੇ ਮਰਨ ਵਾਲਿਆਂ ਨਾਲ ਤੁਸੀਂ ਰਿਸ਼ਤਾ ਕਿਵੇਂ ਕਰਤਾ। ਨੰਬਰ ਦੂਸਰਾ, ਕਈ ਥਾਵਾਂ 'ਤੇ ਰਿਲੇਸ਼ਨ ਇਹ ਹੈ ਕਿ ਜਿੱਦਾਂ ਦਾ ਮੇਰਾ ਵਿਆਹ ਹੋਇਆ ਉੱਦਾਂ ਦੇ ਉਸ ਪਰਿਵਾਰ ਦੇ ਬੱਲੇ ਬੱਲੇ ਹੋ ਗਏ, ਤਾਂ ਇਹਦਾ ਮਤਲਬ ਤੁਸੀਂ ਉਹ ਫਿਰ ਮਾੜੇ ਬੰਦਿਆਂ ਨਾਲ ਵਿਆਹ ਕਰਾਇਆ ਸੀ, ਆਪਦੇ ਲੈਵਲ ਦਾ ਬੰਦਾ ਨਹੀਂ ਸੀਗਾ। ਇਹ ਛੋਟੇ ਛੋਟੇ ਜਿਹੜੇ ਸਵਾਲ ਅਤੇ ਜਵਾਬ ਨੇ ਉਹ ਕਿਤੇ ਨਾ ਕਿਤੇ ਘਰ ਕਰ ਜਾਂਦੇ ਆ ਜੀ ਬੰਦੇ ਦਾ ਵੀ ਕਾਰਨ ਬਣਦੇ ਨੇ। ਜਿਹੇ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਤੁਹਾਡੇ ਅੰਦਰ ਜਿਹੜੀ ਬਰਨਿੰਗ ਆ, ਜਿਹਨੂੰ ਅਸੀਂ ਐਂਟਾਸਿਡ ਦੀਆਂ ਦਵਾਈਆਂ ਕਹਿੰਦੇ ਹਾਂ, ਜਲਣ ਕਹਿੰਦੇ ਹਾਂ, ਛਾਤੀ ਦੇ ਵਿੱਚ ਉਬਾਲ ਕਹਿੰਦੇ ਹਾਂ, ਬਵਾਦ ਕਹਿੰਦੇ ਹਾਂ, BP ਵਧਣਾ, ਹਾਰਟ ਦੀ ਪ੍ਰੋਬਲਮ ਹੋਣੀ, ਔਰ ਸਭ ਤੋਂ ਅੱਗੇ ਜਾ ਕੇ ਜਿਹੜਾ ਇਹ ਕਾਰਨ ਬਣਦਾ ਕਿ ਤੁਹਾਡਾ ਜਦੋਂ BP ਵੱਧਦਾ, ਤੁਹਾਡਾ ਹਾਰਟ ਸਟੋਕ ਕਰਦਾ, ਉਹਦੇ ਨਾਲ ਜਿਹੜੀਆਂ ਬਿਮਾਰੀਆਂ ਲੱਗਦੀਆਂ ਉਹ ਤੁਹਾਨੂੰ ਪ੍ਰੀਮੈਚੁਰ ਸੈਕਸ ਦੇ ਮਰੀਜ਼ ਬਣਾਉਂਦੀਆਂ ਨੇ। ਦੂਸਰੇ ਨੰਬਰ 'ਤੇ ਗ੍ਰਸਤ ਵਾਲੇ ਪਾਸੇ ਤੁਹਾਡਾ ਧਿਆਨ ਨਹੀਂ ਜਾਂਦਾ। ਅੰਦਰੋਂ ਤੁਸੀਂ ਗ੍ਰਸਤ ਕਰਨ ਲਈ ਤਿਆਰ ਹੋ, ਲੇਕਿਨ ਪਾਰਟਨਰਸ਼ਿਪ ਤੋਂ ਉਹ ਪਾਰਟਨਰ ਤੁਹਾਡਾ ਅਗਰ ਨਹੀਂ ਠੀਕ ਹੈਗਾ, ਜਾਂ ਤੁਸੀਂ ਉਹਦੇ ਨਾਲ ਸਾਥ ਚੰਗਾ ਨਹੀਂ ਦੇ ਪਾ ਰਹੇ, ਜਾਂ ਉਹ ਨਹੀਂ ਸਾਥ ਚੰਗਾ ਦੇ ਪਾ ਰਿਹਾ, ਤਾਂ ਫਿਰ ਸਾਰੀ ਦਿਹਾੜੀ ਬੰਦੇ ਦਾ ਧਿਆਨ ਜਿਹੜਾ ਉਹ ਕਿਤੇ ਨਾ ਕਿਤੇ ਗ੍ਰਸਤ ਵਾਲੇ ਪਾਸੇ ਜਾਂਦਾ ਗਾ ਜੀ। ਪਰ ਡਾਕਟਰ ਸਾਹਿਬ, ਇਸ ਵੇਲੇ ਜਿਹੜਾ ਆਪਾਂ ਇਲਜ਼ਾਮ ਹੈ ਕਿਸੇ ਇੱਕ ਤੇ ਤਾਂ ਨਹੀਂ ਲਗਾ ਸਕਦੇ। ਮਰਦਾਂ ਵੱਲੋਂ ਵੀ ਉਹੀ ਕੁਝ ਹੋ ਰਿਹਾ, ਔਰਤਾਂ ਵੱਲੋਂ ਵੀ ਉਹੀ ਕੁਝ ਹੋ ਰਿਹਾ। ਇਹ ਵਰਤਾਰਾ ਆਇਆ ਕਿੱਥੋਂ? ਅਸੀਂ ਤਾਂ ਉਹ ਸਾਡਾ ਸਿਸਟਮ ਸੀ, ਇਹ ਸਿਸਟਮ ਨੂੰ ਤਾਰੋ ਪਿੱਡ ਕਿਵੇਂ ਕੀਤਾ ਗਿਆ ਸਾਨੂੰ ਸਮਝਾਓਗੇ? ਤੇ ਕਿਵੇਂ ਔਰਤ ਨੂੰ ਜਿਹੜਾ ਇੰਡੀਪੈਂਡੈਂਸ ਦੇ ਨਾਂ ਦੇ ਉੱਤੇ ਜਾਂ ਮਰਦ ਨੂੰ ਇੰਡੀਪੈਂਡੈਂਸ ਦੇ ਨਾਂ ਦੇ ਉੱਤੇ, ਆਜ਼ਾਦੀ ਦੇ ਨਾਂ ਦੇ ਉੱਤੇ ਕਿਵੇਂ ਗੁਲਾਮ ਬਣਾਇਆ ਗਿਆ, ਕਿਵੇਂ ਜਿਹੜੇ ਪਰਿਵਾਰਿਕ ਸਿਸਟਮ ਨੂੰ ਤਾਣਾ ਬਾਣਾ ਖਰਾਬ ਕੀਤਾ ਗਿਆ? ਦੇਖੋ ਜੀ, ਜਿੱਥੇ ਮੈਂ ਸਮਝਦਾ ਵੀ ਉਹਦੇ ਵਿੱਚ ਬੰਦਾ ਬਹੁਤਾ ਦੋਸ਼ੀ ਹੈ। ਬੰਦਾ 90% ਆਪਣੀ ਪ੍ਰਧਾਨਗੀ ਘਰ 'ਚ ਘੋੜਦਾ ਹੈ। ਪਰਿਵਾਰ ਦੇ ਵਿੱਚ ਮੁੱਖ ਪ੍ਰਧਾਨ ਹੈ ਕਾਰੋਬਾਰੀ ਕਰਕੇ, ਪਰ ਬਹੁਤੀਆਂ ਥਾਵਾਂ ਦੇ ਉੱਤੇ ਬੰਦੇ ਨੂੰ ਆਪਣੇ ਪਰਿਵਾਰ ਦੇ ਜਿਹੜੇ ਆ ਨਾ ਤਾਲਮੇਲ ਹੋਣ ਕਰਕੇ ਬਹੁਤੀਆਂ ਮਾਰਾਂ ਟਾਈਮ ਸਿਰ ਸਮੇਂ ਸਿਰ ਖਾਣੀਆਂ ਪਈਆਂ ਨੇ ਜੀ। ਔਰਤ ਆ ਜਿਹੜੀ, ਔਰਤ ਨੇ ਅਗਰ ਤੁਹਾਡਾ ਘਰ ਬੰਨਣ ਦੀ ਸੋਚ ਲਈ ਤਾਂ 10-10 ਪੈਸੇ ਕਰਕੇ ਉਹਦੀ ਬਹੁਤ ਵੱਡੀ, ਮੈਂ ਵੀ ਮਿਸਾਲ ਆ, ਮੇਰਾ ਪਰਿਵਾਰ ਬੜਾ ਅੱਛਾ, ਮੇਰੀ ਵਾਈਫ ਬੜੀ ਅੱਛੀ ਹੈ, ਮੈਂ ਪਰਿਵਾਰ ਤੋਂ ਅੱਡ ਹੋ ਕੇ ਆਇਆ ਅਤੇ ਅੱਜ ਬੜੀ ਪਾਤਸ਼ਾਹ ਦੀ ਕਿਰਪਾ ਹੈ ਵੀ ਮੈਨੂੰ, ਮੈਂ ਸਮਝਦਾ ਕਿ ਜਿਹੋ ਜਿਹੀ ਵਾਈਫ ਮੈਨੂੰ ਮਿਲੀ ਹੈ, ਹੋਰ ਵੀ ਬੰਦੇ ਬਹੁਤ ਹੈ ਪਰ ਬੜੀ ਮਿਸਾਲ ਆ ਸਾਡੇ ਖਾਨਦਾਨ ਦੇ ਵਿੱਚ। ਇਸ ਤਰ੍ਹਾਂ ਦੀਆਂ ਔਰਤਾਂ ਬਹੁਤ ਘੱਟ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਦਾਅ 'ਤੇ ਲਾ ਕੇ ਪਰਿਵਾਰ ਨੂੰ ਬੰਨ੍ਹਣਾ। ਮੇਰੇ 'ਚ ਹਜ਼ਾਰਾਂ ਕਮੀਆਂ ਹੋ ਸਕਦੀਆਂ ਨੇ, ਪਰ ਮੇਰੇ ਪਰਿਵਾਰ ਨੂੰ ਚਲਾਉਣ ਵਾਸਤੇ ਸੈਕਰੀਫਾਈਸ ਕੀਤਾ ਉਹਨਾਂ ਨੇ। ਬਹੁਤ ਪਰਿਵਾਰ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ ਔਰਤ ਹੀ ਪ੍ਰਧਾਨ ਹੈ। ਉਹ ਬੰਦੇ ਨੂੰ, ਜੇ ਬੰਦੇ ਨੇ ਗੱਲ ਵੀ ਕਰਨੀ ਹੈ ਤਾਂ ਉਹਨੇ ਕਹਿਣਾ ਵੀ ਗੱਲ ਮੇਰੀ ਸੁਣੋ, ਬਾਕੀ ਗੱਲਾਂ ਛੱਡੋ। ਉੱਥੇ ਕਦੇ ਵੀ ਬੰਦੇ ਦੀ ਵੈਲਿਊ ਬਣਦੀ ਨਹੀਂ ਗੀ, ਪਰਿਵਾਰ ਜਿਹੜਾ ਉਹ ਖੇਰੂ ਖੇਰੂ ਹੋਣ ਲੱਗ ਜਾਂਦਾ। ਨੰਬਰ ਜਿਹੜਾ ਤੀਸਰਾ ਇਹ 'ਚ ਸਭ ਤੋਂ ਵੱਡਾ ਇਫੈਕਟ ਨਿਕਲ ਕੇ ਆਇਆ ਕਿ ਜਦੋਂ ਬੰਦਾ ਪ੍ਰਧਾਨ ਬਣ ਕੇ ਸਾਰੇ ਕੰਮ ਕਰਦਾ ਹੈ। ਹੁਣ ਸਿੰਪਲ ਮਿਸਾਲ ਆਪਾਂ ਦਿੰਦੇ ਹਾਂ ਕਿ ਇੱਥੋਂ ਲੋਕ ਵਿਦੇਸ਼ ਦੇ ਵਿੱਚ ਜਾਂਦੇ ਆ, ਥਾਈਲੈਂਡ ਜਾਂਦੇ ਆ, ਬੈਂਕਾਕ ਜਾਂਦੇ ਆ, ਪਤਾਇਆ ਜਾਂਦੇ ਆ, ਹੋਰ ਕਈ ਕੰਟਰੀਆਂ 'ਚ ਜਾਂਦੇ ਆ। ਉੱਥੇ ਬਾਕੀ ਕੰਟਰੀਆਂ ਦੇ ਬੰਦਿਆਂ ਦੇ ਵਿੱਚੋਂ ਹਿੰਦੁਸਤਾਨ ਦੇ ਬੰਦੇ ਸਾਰੇ ਬੰਦੇ ਆ, ਅਤੇ ਕੋਈ ਘਰ ਵਾਲੀ ਨੂੰ ਨਾਲ ਨਹੀਂ ਲਿਜਾਂਦਾ। ਜਾਂਦੇ ਕੀ ਕਰਨਾ ਹੈ ਇਹ ਸਾਨੂੰ ਵੀ ਪਤਾ ਅਤੇ ਸਾਡੀਆਂ ਔਰਤਾਂ ਨੂੰ ਵੀ ਪਤਾ ਹੈ, ਪਰ ਅਸੀਂ ਆਪਣੀ ਔਰਤ ਨੂੰ ਕਿਉਂ ਨਹੀਂ ਲਿਜਾਂਦੇ? ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਜਿਹੜਾ ਕੁਛ ਮਰਜ਼ੀ ਕਰੀਏ, ਸਾਡੀਆਂ ਔਰਤਾਂ ਨੂੰ ਇਹ ਗੱਲ ਨਾ ਪਤਾ ਹੋਣ। ਪਰ ਇਹ ਗੱਲ ਸਾਨੂੰ ਬੜਾ ਭੁਲੇਖਾ ਹੈ। ਜਿਹੜੀ ਗੱਲ ਸਾਨੂੰ ਪਤਾ ਉਹ ਸਾਡੀਆਂ ਔਰਤਾਂ ਨੂੰ ਆਲਰੇਡੀ ਪਤਾ ਹੈ। ਦੂਸਰੀ ਗੱਲ, ਇੱਕ ਪ੍ਰਮਾਤਮਾ ਨੇ ਵੱਡੀ ਗੱਲ ਜਿਹੜੀ ਔਰਤ ਨੂੰ ਦਿੱਤੀ ਹੈ, ਔਰਤ ਦੀ ਬੰਦੇ ਨੂੰ ਪਰਖਣ ਦੀ ਨਿਸ਼ਾਨੀ ਹੈ ਜਿਹੜੀ ਬੰਦੇ ਨਾਲੋਂ 1000 ਗੁਣਾ ਜ਼ਿਆਦਾ ਚੰਗੀ ਹੈ। ਤੁਹਾਡੇ ਘਰ ਦੇ ਵਿੱਚ ਹੋ ਸਕਦਾ ਤੁਸੀਂ ਆਪਣੇ ਦੋਸਤ ਮਿੱਤਰ ਨੂੰ, ਕਿਸੇ ਯਾਰ ਨੂੰ, ਕਿਸੇ ਆਏ ਗਏ ਬੰਦੇ ਨੂੰ ਘੱਟ ਪਰਖ ਸਕੋ, ਪਰ ਔਰਤ ਦੀ ਨਿਗਾਹ 5 ਸਕਿੰਟਾਂ ਦੇ ਵਿੱਚ ਬੰਦੇ ਨੂੰ ਪਰਖ ਦਿੰਦੀ ਹੈ ਵੀ ਇਹ ਕਿਸ ਲੈਵਲ ਦਾ ਬੰਦਾ ਹੈਗਾ ਜੀ। ਇਸ ਕਰਕੇ ਔਰਤ ਦਾ ਸਾਥ ਜਿਹੜੇ ਬੰਦਿਆਂ ਦੇ ਨਾਲ ਰਿਹਾ ਗਾ ਉਹਦੇ 'ਚ ਵੀ ਤਰੱਕੀ ਬਹੁਤੀ ਜ਼ਿਆਦਾ ਹੋਈ ਹੈ। ਡਾਕਟਰ ਸਾਹਿਬ, ਮਾਫ ਕਰਨਾ ਤੁਹਾਨੂੰ ਮੈਂ ਰੋਕ ਰਿਹਾ, ਪਰ ਅੱਜ ਕੱਲ੍ਹ ਵੀ ਬਹੁਤ ਸਾਰੀਆਂ ਔਰਤਾਂ ਇੱਦਾਂ ਦੀਆਂ ਨੇ ਜਿਹੜੀਆਂ ਜੌਬ ਕਰਦੀਆਂ ਨੇ, ਔਰ ਜੌਬ ਦੇ ਨਾਂ ਦੇ ਉੱਤੇ ਉਹ ਫਿਰ ਪੂਰੇ ਪਰਿਵਾਰ ਦਾ ਸ਼ੋਸ਼ਣ ਵੀ ਕਰਦੀਆਂ ਨੇ। ਦੇਖੋ, ਜਿਹੜੀਆਂ ਔਰਤਾਂ ਇਸ ਤਰ੍ਹਾਂ, ਮੈਂ ਤੁਹਾਨੂੰ ਦੱਸ ਰਿਹਾ ਵੀ ਉਹ ਜਿਹੜੀਆਂ ਔਰਤਾਂ ਨੇ ਉਹ ਚੰਨ ਗਿਣਤੀ ਦੀਆਂ ਔਰਤਾਂ ਨੇ। ਬਹੁਤੀਆਂ ਔਰਤਾਂ ਤੁਹਾਨੂੰ ਇਹੋ ਜਿਹੀਆਂ ਮਿਲਣਗੀਆਂ ਜਿਨ੍ਹਾਂ ਨੇ ਸਵੇਰੇ ਪਰਿਵਾਰ ਦਾ ਪ੍ਰਸ਼ਾਦਾ ਪਕਾ ਕੇ ਜਾਣਾ, ਦਿਨੇ ਜੌਬ ਕਰਨੀ ਹੈ, ਸਾਰੀ ਦਿਹਾੜੀ ਬਾਅਦ ਕੰਮ ਤੋਂ ਆਉਣਾ ਗਾ। ਕੰਮ ਤੋਂ ਜਾਣ ਤੋਂ ਬਾਅਦ ਬੰਦਾ ਜਾ ਕੇ ਬੈਡਰੂਮ 'ਚ ਬਹਿ ਕੇ TV ਦੇਖ ਰਿਹਾ ਅਤੇ ਔਰਤ ਰੋਟੀ ਪਕਾ ਰਹੀ ਹੈ। ਆਈ ਉਹ ਵੀ ਜੌਬ ਤੋਂ ਆ, ਪਰ ਤੁਸੀਂ ਦੇਖੋ ਬੰਦਾ ਅਤੇ ਔਰਤ ਦੋਨੇ ਇੱਕੋ ਆਫਿਸ 'ਚ ਕੰਮ ਕਰਨ ਵਾਲੇ ਮੈਂ ਤੁਹਾਨੂੰ ਹਜ਼ਾਰਾਂ ਬੰਦੇ ਦਿਖਾ ਸਕਦਾ। ਆਦਮੀ ਅਤੇ ਬੰਦਾ ਦੋਨੇ ਇੱਕੋ ਦਫ਼ਤਰ 'ਚ ਕੰਮ ਕਰ ਰਹੇ ਹੈ,
ਤੇ ਘਰੇ ਜਾਣ ਸਾਰ ਬੰਦਾ ਬਹਿ ਗਿਆ ਟੀਵੀ ਦੇਖਣ ਤੇ ਔਰਤ ਕਹਿ ਰਹੀ ਹੈ ਤੁਸੀਂ ਹੱਥ ਮੂੰਹ ਧੋ ਕੇ ਬੈਠੋ ਜੀ, ਮੈਂ ਤੁਹਾਡੇ ਲਈ ਕੁਝ ਬਣਾ ਕੇ ਲੈ ਕੇ ਆਉਣੀ ਆ। ਕੀ ਗੱਲ ਹੋ ਗਈ ਜੀ? ਕੰਮ ਤਾਂ ਉਹਨੇ ਵੀ ਓਨਾ ਹੀ ਕੀਤਾ, ਕੰਮ ਉਹਨੇ ਵੀ ਓਨਾ ਹੀ ਕੀਤਾ, ਲੇਕਿਨ ਔਰਤ ਨੇ ਘਰ ਨੂੰ ਫੇਰ ਵੀ, ਜਦੋਂ ਤੁਸੀਂ ਦੇਖੋਗੇ ਤੁਹਾਨੂੰ ਕੱਪੜੇ ਪ੍ਰੈਸ ਵਾਲੇ ਚਾਹੀਦੇ, ਜੇ ਉਹਦੇ ਚੰਗੇ ਕੱਪੜੇ ਤੁਹਾਡੇ ਨਹੀਂ ਪਾਏ ਤਾਂ ਵੀ ਉਹ ਸ਼ਰਮਿੰਦਾ ਗਾ। ਪਰ ਕਿੱਥੇ ਬੰਦਾ ਸੋਚ ਰਿਹਾ ਹੈਗਾ ਕਿ ਜੇ ਮੇਰੀ ਔਰਤ ਨੂੰ ਅੱਛੇ ਕੱਪੜੇ ਮੈਂ ਨਹੀਂ ਪਵਾਏ ਤਾਂ ਉਹਦਾ ਮੈਂ ਜ਼ਿੰਮੇਵਾਰ ਨਹੀਂ ਹੈਗਾ। ਲੇਕਿਨ ਜਿੱਥੇ ਆ ਕੇ ਗੱਲ ਗ੍ਰਸਤ ਦੀ ਹੈ, ਹਾਈਲਾਈਟ ਅਸੀਂ ਇਹ ਜਿਹੜੇ ਰੌਲੇ ਪੈ ਰਹੇ ਆ ਉਹ ਇਸ ਕਰਕੇ ਵੀ ਔਰਤ ਕੋਲੇ ਇੱਕੋ ਮੁੱਦਾ ਰਹਿ ਗਿਆ। ਉਹ ਬਹੁਤ ਘੱਟ ਔਰਤਾਂ ਨੇ ਜਿਹੜੀਆਂ ਔਰਤਾਂ ਇਸ ਤਰ੍ਹਾਂ ਦੇ ਲਾਲਛਨ ਲਾਉਂਦੀਆਂ ਨੇ ਕਿ ਆਦਮੀ ਦੇ ਉੱਤੇ ਜਦੋਂ ਕਿਤੇ ਵੀ ਨਾ ਕੋਈ ਗੱਲ ਬੇੜਾ ਪਾਰ ਲੱਗਦਾ ਦਿਖੇ ਤਾਂ ਗ੍ਰਸਤ ਵਾਲੇ ਪਾਸੇ ਦਾਗ ਲਾ ਦਿਓ ਜੀ। ਪਰ ਇਹ ਗੱਲ ਨੂੰ ਆਪਾਂ ਕਈ ਪਹਿਲੂਆਂ ਤੋਂ ਦੇਖ ਸਕਦੇ ਹਾਂ। ਬਹੁਤ ਸਾਰੇ ਬੰਦੇ ਇਹੋ ਜਿਹੇ ਵੀ ਆ ਜਿਹੜੇ ਸੈਕਸੁਅਲ ਪਾਵਰ 'ਚੋਂ ਬਿਲਕੁਲ ਖਤਮ ਹੈ, ਪਰ ਉਹਨਾਂ ਦਾ ਔਰਤ ਦਾ ਧੰਨਵਾਦ ਹੈ। ਉਹ ਕਹਿੰਦੇ ਕੋਈ ਗੱਲ ਨਹੀਂ ਜੀ, ਸਾਡਾ ਟਾਈਮ ਪਾਸ ਰਿਹਾ, ਮੇਰੇ ਤੋਂ ਹੁਣ ਮੈਂ ਪਰਿਵਾਰ ਨੂੰ ਪਾਲ ਹੀ ਨਹੀਂ ਸੀ ਸਕਦਾ, ਰਹਿ ਹੀ ਨਹੀਂ ਸੀ ਸਕਦਾ, ਪਰ ਬੱਚਿਆਂ ਦੇ ਮੂੰਹ ਨੂੰ ਦੇਖ ਕੇ ਉਹਨਾਂ ਨੇ ਮੇਰੇ ਨਾਲ ਟਾਈਮ ਪਾਸ ਕੀਤਾ। ਇਹੋ ਜਿਹੇ ਪਰਿਵਾਰ ਵੀ ਹੈਗੇ ਆ। ਕਈ ਥਾਵਾਂ 'ਤੇ ਬੋਲ ਕਬੋਲ ਇਹੋ ਜਿਹੇ ਆ ਵੀ ਬੰਦੇ 100% ਬਿਲਕੁਲ ਠੀਕ ਆ, ਪਰ ਉਹ ਇਕੱਲੇ ਬੋਲੇ ਹੋਏ ਔਰਤ ਦੇ ਬੋਲ ਆਦਮੀ ਨੂੰ ਬਿਲਕੁਲ ਨਾਮਰਦ ਬਣਾ ਦਿੰਦੇ। ਜਿਵੇਂ ਕਿ ਮੈਂ ਤੁਹਾਨੂੰ ਇੱਕ ਸਿੰਪਲ ਉਦਾਹਰਨ ਦਿੰਦਾ। ਮੇਰੇ ਕੋਲ ਇੱਕ ਪ੍ਰੋਫੈਸਰ ਸਾਹਿਬ ਦਵਾਈ ਲੈਣ ਆ ਗਏ। ਉਹ ਜਦੋਂ ਦਵਾਈ ਲੈਣ ਆਏ ਤਾਂ ਨਵਾਂ ਉਹਨਾਂ ਦਾ ਵਿਆਹ ਹੋਇਆ, ਵੈਲ ਐਜੂਕੇਟਡ ਬੰਦੇ ਸੀਗੇ। ਉਹ ਕਹਿੰਦੇ ਜੀ ਮੈਂ ਜਦੋਂ ਆਪਣੀ ਵਾਈਫ ਦੇ ਨਾਲ ਰਿਲੇਸ਼ਨ ਬਣਾਉਣ ਵਾਲੇ ਪਾਸੇ ਨੂੰ ਗਿਆ ਅਤੇ ਮੇਰੀ ਵਾਈਫ ਨੇ ਮੈਨੂੰ ਇੱਕ ਸ਼ਬਦ ਇਹੋ ਜਿਹਾ ਬੋਲਿਆ, ਮੈਂ ਉਹ ਸ਼ਬਦ ਸੁਣ ਕੇ, ਹਾਲਾਂਕਿ ਮੈਂ ਵੀ ਉਸ ਤੋਂ ਬਾਅਦ ਪ੍ਰੈਕਟੀਕਲ ਬੜੇ ਬੰਦਿਆਂ ਤੋਂ ਸੁਣੀ ਵੀ ਗੱਲ। ਉਹ ਕਹਿੰਦੇ ਉਹਦੀ ਵਾਈਫ ਨੇ ਮੈਨੂੰ, ਜਦੋਂ ਮੇਰੀ ਵਾਈਫ ਨੇ ਇਹ ਗੱਲ ਕਹੀ ਨਾ ਕਿ ਜਦੋਂ ਤੁਹਾਡੇ ਤੋਂ ਕੁਝ ਹੁੰਦਾ ਹੀ ਨਹੀਂਗਾ ਤਾਂ ਤੁਸੀਂ ਕੱਪੜੇ ਕਾਹਤੋਂ ਲਹਾ ਲੈਂਦੇ ਹੋ ਮੇਰੇ। ਹਾਲਾਂਕਿ ਉਹ ਬੰਦਾ 99% ਠੀਕ ਸੀ, ਸਿਰਫ ਸ਼ੂਗਰ ਦਾ ਮਰੀਜ਼ ਸੀਗਾ। ਬਸ ਉਹ ਸ਼ਬਦ ਨੇ ਉਹ ਸਾਰਾ ਪਰਿਵਾਰ ਖੇਰੂ ਕਰਤਾ। ਦੁਬਾਰਾ ਅਸੀਂ ਉਸ ਬੰਦੇ ਨੂੰ ਠੀਕ ਨਹੀਂ ਕਰ ਪਾਏ। ਹਾਲਾਂਕਿ ਉਹ ਬੰਦਾ ਬਿਲਕੁਲ ਠੀਕ ਸੀ। ਦੁਬਾਰਾ ਉਹਦਾ ਵਿਆਹ ਵੀ ਹੋਇਆ ਔਰ ਉਹਦੇ ਬੱਚੇ ਹੋਏ ਆ, ਪਰਿਵਾਰ ਉਹਦਾ ਪਲ ਰਿਹਾ ਹੈ, ਬੜੀ ਅੱਛੀ ਫੈਮਿਲੀ ਔਰ ਮੇਰੇ ਨਾਲ ਅੱਜ ਤੱਕ ਵੀ ਉਹਨਾਂ ਦਾ ਰਿਲੇਸ਼ਨ ਆ। ਦੂਸਰੀ ਗੱਲ ਕਿ ਸ਼ੂਗਰ ਵਾਲਾ ਪੇਸ਼ੈਂਟ ਆ ਜਿਹੜਾ, ਸ਼ੂਗਰ ਕਿਸੇ ਨੇ ਘੋਲ ਕੇ ਨਹੀਂ ਅੰਦਰ ਪਾਈ। ਹੁਣ ਕਿਸੇ ਨੂੰ ਸ਼ੂਗਰ ਹੋ ਗਈ ਤਾਂ ਉਹਨੂੰ ਸੈਕਸ ਦੀ ਪ੍ਰੋਬਲਮ ਆਉਣੀ ਆ। ਸ਼ੂਗਰ ਦੀ ਦਵਾਈ ਉਹਨੇ ਖਾਣੀ ਆ, ਜਾਂ ਉਹਨੇ ਨਾਲ ਕੋਈ ਤਾਕਤ ਦੀ ਦਵਾਈ ਉਹਨੂੰ ਖਾਣੀ ਪੈਣੀ ਹੈ ਸਾਰੀ ਜ਼ਿੰਦਗੀ। ਜਿਵੇਂ ਤੁਸੀਂ BP ਦੀ ਦਵਾਈ ਖਾ ਰਹੇ ਹੋ, ਹਾਰਟ ਦੀ ਦਵਾਈ ਖਾ ਰਹੇ ਹੋ, ਉਸ ਤਰ੍ਹਾਂ ਤੁਹਾਨੂੰ ਉਹ ਦਵਾਈ ਖਾਣੀ ਪੈਣੀ ਹੈ। ਲੇਕਿਨ ਆ ਕੇ ਪੰਗਾ ਪੈਂਦਾ ਜਦੋਂ ਸੈਕਸ ਦੀ ਗੱਲ ਕਰਦੇ ਹਾਂ। ਉਹ ਬੰਦੇ ਦਾ ਤਲਾਕ ਹੋਣ ਤੋਂ ਬਾਅਦ ਉਹ ਇੰਨਾ ਨਰਵਸ ਹੋ ਗਿਆ ਕਿ ਜਦੋਂ ਮੇਰੇ ਕੋਲ ਦਵਾਈ ਲੈਣ ਵੀ ਪਹਿਲੀ ਵਾਰ ਆਇਆ ਤੇ AC ਲੱਗਿਆ ਹੋਇਆ ਸੀ, ਗਰਮੀ ਦਾ ਟਾਈਮ ਸੀਗਾ। ਉਹ ਗਰਮੀ 'ਚ ਬਹਿ ਕੇ ਵੀ ਉਹਦੇ ਮਦਰ ਫਾਦਰ ਨਾਲ ਸੀ, ਤੇ ਗਰਮੀ ਦੇ ਵਿੱਚ ਬੈਠੇ, AC ਦੇ ਵਿੱਚ ਬੈਠਾ, ਉਹ ਪਹਿਲਾਂ ਬਾਹਰ ਗਰਮੀ 'ਚ ਬੈਠਾ, ਫਿਰ AC 'ਚ ਬੈਠਾ, ਠੰਡ ਪੂਰੀ, ਤੇ ਉੱਥੇ ਵੀ ਬੈਠੇ ਉਹਨੂੰ ਮੁੜਕਾ ਆ ਰਿਹਾ ਗਾ ਜੀ। ਉਹ ਗੱਲ ਉਹਦੇ ਅੰਦਰ ਇੰਨੀ ਕੁ ਜ਼ਿਆਦਾ ਸੈਂਸਿਟਿਵ ਬੰਦਾ ਸੀਗਾ, ਇੰਨੀ ਜ਼ਿਆਦਾ ਜਗ੍ਹਾ ਕਰ ਗਈ ਕਿ ਅਸੀਂ ਉਹਨੂੰ ਵਾਸ਼ ਨਹੀਂ ਕਰ ਪਾਏ। ਬੰਦੇ ਵੀ ਘੱਟ ਨਹੀਂ ਗੁਜ਼ਾਰਦੇ ਜੀ ਆਪਣੇ ਬੋਲਣ ਨਾਲੋਂ। ਦੇਖੋ ਬਹੁਤ ਬੰਦੇ ਇਹੋ ਜਿਹੇ ਆ ਜਿਹੜੇ ਬੰਦਿਆਂ ਨੇ ਡੀਮੋਟੀਵੇਟ ਜਨਾਨੀਆਂ ਨੂੰ ਕਰਨਾ, ਤੂੰ ਸੋਹਣੀ ਨਹੀਂ ਹੈਗੀ, ਤੇਰੇ ਨੂੰ ਮੈਨੂੰ ਜ਼ਿਆਦਾ ਚੰਗੀਆਂ ਜਨਾਨੀਆਂ ਨੇ। ਜਾਂ ਰਿਲੇਸ਼ਨ ਕਿੱਥੇ ਡਿਵੈਲਪ ਕਰਦੇ ਆ ਕਿ ਬੰਦਾ ਆਪਦੀ ਜਨਾਨੀ ਨੂੰ ਛੱਡ ਕੇ ਹੋਰਾਂ ਦੀਆਂ ਜਨਾਨੀਆਂ ਨੂੰ ਪਿਕਨਿਕ ਸਪੌਟ ਲਿਜਾ ਰਿਹਾ, ਹੋਰਾਂ ਦੀਆਂ ਜਨਾਨੀਆਂ ਨੂੰ ਘੁਮਾਉਣ ਲਿਜਾ ਰਿਹਾ। ਘਰ ਵਾਲੀ ਘਰੇ ਵਿਚਾਰੀ ਕੱਪੜੇ ਉਹਦੇ ਧੋ ਰਹੀ ਹੈ ਅਤੇ ਆਪ ਬੰਦਾ ਅਯਾਸ਼ੀ ਕਰਦਾ ਫਿਰਦਾ ਗਾ। ਉਹ ਕਿਤੇ ਨਾ ਕਿਤੇ ਬਹੁਤ ਸਾਰੇ ਪਰਿਵਾਰਿਕ ਗੱਲਾਂ ਨੇ ਜਿਹੜੀਆਂ ਗੱਲਾਂ ਦੀ ਤਰੇੜ ਇੱਕ ਵਾਰ ਆਈ ਹੈ। ਔਰ ਮੈਂ ਤਾਂ ਇਹੋ ਜਿਹੇ ਪਰਿਵਾਰ ਵੀ ਦੇਖੇ ਆ ਜੀ ਆਪ ਜ਼ਿੰਦਗੀ ਦੇ ਵਿੱਚ। ਇੱਥੇ ਮੇਰੇ ਕੋਲ ਬਹੁਤ ਸਾਰੇ ਬੰਦੇ ਇਹੋ ਜਿਹੇ ਦਵਾਈ ਲੈਣ ਵੀ ਆਏ ਆ ਜਿਨ੍ਹਾਂ ਦੇ ਰਿਲੇਸ਼ਨ ਇੰਨੇ ਕੁ ਵਿਗੜੇ ਆ ਵੀ 1 ਘੰਟਾ ਵੀ ਬੰਦਾ ਜਨਾਨੀ ਦੇ ਨਾਲ ਜਾਂ ਜਨਾਨੀ ਬੰਦੇ ਨਾਲ ਨਾ ਕੱਟੇ, ਪਰ ਸੈਕਰੀਫਾਈਸ ਕਰ ਰਹੇ ਆਪਣੇ ਬੱਚਿਆਂ ਕਰਕੇ ਜੀ। ਸੋ ਇਸ ਕਰਕੇ ਕਿਤੇ ਨਾ ਕਿਤੇ ਸਮਾਜ ਦੇ ਅੰਦਰ ਤੁਹਾਡੇ ਜਿਹੜੇ ਬੋਲ ਨੇ ਉਹ ਬਹੁਤ ਵੱਡਾ ਕਾਰਨ ਬਣਦੇ ਆ, ਬਹੁਤ ਵੱਡਾ ਇੱਕ ਰੀਜ਼ਨ ਹੈ ਕਿ ਤੁਹਾਡੇ ਬੋਲੇ ਹੋਏ ਬੋਲ। ਇਸੇ ਕਰਕੇ ਸਿਆਣੇ ਕਹਿੰਦੇ ਕਿ ਜਿਹੜਾ ਸ਼ਬਦ ਤੁਸੀਂ ਸੁਣਦੇ ਹੋ, ਸੁਣਨ ਤੋਂ ਬਾਅਦ 4 ਪੈਰਾਂ ਵਾਲੇ ਜਿਹੜੇ ਬੰਦੇ ਆ ਉਹ ਤੋਂ ਬਚਿਆ ਜਾ ਸਕਦਾ ਹੈ, ਪਰ 2 ਪੈਰਾਂ ਵਾਲਿਆਂ ਤੋਂ ਬਚਣਾ ਬਹੁਤ ਔਖਾ। ਸ਼ੱਕ ਵੀ ਬਹੁਤ ਵੱਡੀ ਚੀਜ਼ ਹੈ। ਸ਼ੱਕ ਇਸ ਕਰਕੇ ਹੈ ਕਿ ਜਿਹੜਾ ਸੋਹਣਾ ਬੰਦਾ ਗਾ ਉਹਨੂੰ ਜਨਾਨੀ ਮਾੜੀ ਮਿਲ ਗਈ ਤੇ ਬੰਦੇ ਤੇ ਜਨਾਨੀ ਸ਼ੱਕ ਕਰੀ ਜਾਂਦੀ ਹੈ, ਤੇ ਜੇ ਬੰਦਾ ਮਾੜਾ ਹੈਗਾ ਤੇ ਜਨਾਨੀ ਬਹੁਤੀ ਸੋਹਣੀ ਮਿਲ ਗਈ, ਉਹ ਸਾਰਾ ਦਿਨ ਉਹਦੇ ਅੰਦਰ ਬਰਨਿੰਗ ਹੋਈ ਜਾਂਦੀ ਹੈ ਵੀ ਉੱਥੇ ਗਈ ਆ, ਕੰਮ ਤੇ ਗਈ ਆ, ਕੰਮ ਤੇ ਲੱਗੀ ਹੈ, ਫਲਾਣੇ ਨਾਲ ਨਾ ਚਲੀ ਜਾਵੇ, ਹੋਰ ਨਾ ਕਰ ਲੇ। ਜਿਹਨੇ ਜਿਹੜਾ ਕੁਛ ਕਰਨਾ ਉਹਨੂੰ ਤੁਸੀਂ ਰੋਕ ਨਹੀਂ ਸਕਦੇ, ਨਾ ਉਹਦੀ ਤੁਸੀਂ ਰਾਖੀ ਰੱਖ ਸਕਦੇ ਹੋ, ਚਾਹੇ ਉਹ ਬੰਦਾ ਚਾਹੇ ਜਨਾਨੀ ਹੈ। ਛਿੱਟਾ ਇਹਦਾ ਇਹੀ ਹੈ। ਪਰ ਕਈ ਕਾਰਨ ਇਹੋ ਜਿਹੇ ਹੈ ਕਿ ਜਿਹੜਾ ਬੰਦਾ ਬਿਨਾਂ ਮਤਲਬ ਦੇ ਪੁਲਾਓ ਪਕਾਉਣ ਲੱਗ ਜਾਂਦਾ, ਜਿਵੇਂ ਮੁੰਗੇਰੀ ਲਾਲ ਦੇ ਸੁਪਨੇ ਹੈ ਕਿ ਉਹ ਸੋਚਣਾ ਕੁਛ ਹੋਰ ਹੈ
ਪਰ ਛਿੱਟਾ ਕੁਛ ਹੋਰ ਨਿਕਲਦਾ ਗਾ। ਪਰ ਸ਼ੱਕ ਦੀ ਬੁਨਿਆਦ ਦੇ ਉੱਤੇ ਜਿਹੜੇ ਬੰਦੇ ਸ਼ੱਕੀ ਹੋ ਜਾਂਦੇ ਆ ਉਹ ਫਿਰ ਇੱਕ ਇਕੱਲੇ ਗ੍ਰਸਤ ਵਾਲੇ ਪਾਸੇ ਤੋਂ ਖਤਮ ਨਹੀਂ ਹੁੰਦੇ, ਸਾਰੇ ਪਰਿਵਾਰਿਕ ਤੌਰ 'ਤੇ ਵੀ ਸ਼ੱਕ ਜਿਹੜੀ ਆ ਉਹ ਪਰਿਵਾਰ ਨੂੰ ਬਰਬਾਦ ਕਰ ਦਿੰਦੀ ਹੈ ਜੀ। ਡਾਕਟਰ ਸਾਹਿਬ, ਆਯੁਰਵੇਦ ਦੇ ਵਿੱਚ ਇਸ ਬਿਮਾਰੀ ਨੂੰ ਕੀ ਕਹਿੰਦੇ ਨੇ? ਜਿਹੜੀ ਬਿਮਾਰੀ ਆਪਾਂ ਹੁਣ ਡਿਸਕਸ ਕਰ ਰਹੇ ਹਾਂ, ਬੋਲ ਵਾਲੀ ਬਿਮਾਰੀ ਜਾਂ ਸ਼ੱਕ ਵਾਲੀ ਬਿਮਾਰੀ, ਇਹਦਾ ਕੋਈ ਇਲਾਜ ਹੈ? ਮਾਨਸਿਕ ਬਿਮਾਰੀ ਦੀ ਤੁਸੀਂ ਗੱਲ ਕਰ ਰਹੇ ਹਾਂ, ਆਪਾਂ ਇੱਥੇ ਬੇਸਿਕਲੀ ਮਾਨਸਿਕ ਬਿਮਾਰੀ ਦੇ ਤੌਰ 'ਤੇ ਆਪਾਂ ਪਹਿਚਾਣ ਕਰਦੇ ਹਾਂ। ਕੋਈ ਇਲਾਜ ਹੈ ਤੁਹਾਡੇ ਕੋਲ? ਕੋਈ ਤੁਹਾਡੇ ਕੋਲ ਫਾਰਮੂਲਾ ਹੈ ਜਾਂ ਇੱਦਾਂ ਦੇ ਤੁਹਾਡੇ ਕੋਲ ਕੋਈ ਆਯੁਰਵੈਦ ਦੇ ਵਿੱਚ ਨੁਸਖਾ ਹੈ? ਦੇਖੋ ਜੀ, ਜਿਹੜੇ ਇਸ ਟਾਈਪ ਦੇ ਪੇਸ਼ੈਂਟਸ ਹੁੰਦੇ ਨੇ ਸਾਈਕੋ, ਹੁਣ ਜਿਹੜੇ ਸਾਈਕੋ ਦੇ ਮਰੀਜ਼ ਆ, ਸਾਈਕੋ ਦੇ ਵਿੱਚ ਮੈਂ ਸੈਕਸ ਦੇ ਬਹੁਤ ਪੇਸ਼ੈਂਟ ਦੇਖੇ ਆ ਜਿਹੜੇ ਸਾਈਕੋ ਨੇ, ਉਹਨਾਂ ਨੂੰ ਬਿਮਾਰੀ ਕੋਈ ਨਹੀਂ ਹੈਗੀ। ਜਿਵੇਂ ਮੈਂ ਸਾਈਕੋ ਦੀਆਂ ਜੇ ਨਿਸ਼ਾਨੀਆਂ ਗਿਣਾਉਣੀਆਂ ਸ਼ੁਰੂ ਕਰਦਾ ਤਾਂ ਬਹੁਤ ਸਾਰੀਆਂ ਨਿਸ਼ਾਨੀਆਂ ਨੇ। ਜਿਵੇਂ ਕਿ ਪਹਿਲੀ ਨਿਸ਼ਾਨੀ ਹੈ ਕਿ ਇੰਦਰੀ ਮੇਰੀ 2 ਫੁੱਟ ਦੀ ਹੋਣੀ ਚਾਹੀਦੀ ਹੈ, ਇਹ ਸਾਈਕੋ ਆ। ਮੈਂ ਬਹੁਤ ਸਮਾਰਟ ਹੋਣਾ ਚਾਹੀਦਾ, ਹੁਣ ਬਾਪੂ ਮੇਰਾ 5 ਫੁੱਟ ਦਾ, ਮੈਂ 7 ਫੁੱਟ ਦਾ ਕਿਵੇਂ ਹੋ ਜਾ, ਮੇਰਾ DNA ਹੋ ਜਾਗਾ। ਨੰਬਰ ਤੀਸਰਾ ਕਿ ਮੈਨੂੰ ਹਰ ਕਾਲੇ ਬੰਦੇ ਨੂੰ ਚਿੱਟੀ ਜਨਾਨੀ ਚਾਹੀਦੀ ਹੈ, ਇਹ ਵੀ ਇੱਕ ਸਾਈਕੋ ਹੈ। ਹਰ ਬੰਦਾ ਆਪਣੇ ਕਿਰਦਾਰ ਦੇ ਉੱਤੇ ਖੜਦਾ ਨਹੀਂ ਗਾ ਜੀ, ਇਹ ਦਿਲ ਮੰਗੇ ਮੋਰ। ਇਹ ਸਭ ਤੋਂ ਵੱਡਾ ਸਵਾਲ ਹੈ ਕਿ ਤੁਸੀਂ ਜਿਹੜੀ ਚੀਜ਼ ਨੂੰ ਕਰ ਰਹੇ ਹੋ ਇਕੱਠਾ, ਉਹਦੇ ਲਾਇਕ ਤੁਸੀਂ ਹੈਗੇ ਹੋ। ਮੈਂ ਜਿਹੋ ਜਿਹਾ ਹੈਗਾ ਮੈਨੂੰ ਉਹੋ ਜਿਹੀ ਘਰ ਵਾਲੀ ਮਿਲਣੀ ਚਾਹੀਦੀ ਸੀ, ਪਰ ਮੈਂ ਜਿਹੋ ਜਿਹਾ ਹੈਗਾ ਮੈਨੂੰ ਉਹੋ ਜਿਹੀ ਘਰ ਵਾਲੀ ਨਹੀਂ ਚਾਹੀਦੀ, ਮੇਰੇ ਤੋਂ 100 ਗੁਣਾ ਸੋਹਣੀ ਚਾਹੀਦੀ ਹੈ। ਪਰ ਇਹ ਗੱਲ ਜਨਾਨੀ 'ਤੇ ਵੀ ਫਿੱਟ ਹੈ, ਜੇ ਜਨਾਨੀ ਮੈਨੂੰ 100 ਗੁਣਾ ਚਾਹੀਦੀ ਹੈ ਤਾਂ ਮੈਨੂੰ 100 ਗੁਣਾ ਸੋਹਣਾ ਹੋਣਾ ਪੈਣਾ। ਇਸ ਕਰਕੇ ਇਹ ਜਿਹੜੀ ਸਾਈਕੋ ਦੇ ਮਰੀਜ਼ ਨੇ ਉਹਨਾਂ ਦੇ ਬਹੁਤ ਇਲਾਜ ਆ, ਪਰ ਉਹ ਇਲਾਜ ਹੈ ਵੀ ਉਹ ਤੁਹਾਨੂੰ ਆਪਣੇ ਆਪ ਨੂੰ ਖੜਾਉਣਾ ਪੈਣਾ ਇੱਕ ਜਗ੍ਹਾ 'ਤੇ ਲਿਜਾ ਕੇ ਕਿ ਮੈਂ ਆਪਣੇ ਆਪ ਨੂੰ ਤਾਂ ਦੇਖ ਲਾਂ। ਸਰੈਂਡਰ ਕਰਨਾ ਪੈਣਾ ਤੁਹਾਨੂੰ ਤੁਹਾਡੇ ਕੰਸਲਟੇਟ ਦੇ ਜ਼ਰੀਏ, ਜਾਂ ਤੁਹਾਨੂੰ ਆਯੁਰਵੈਦਾ ਦਾ ਜਿਹੜਾ ਟ੍ਰੀਟਮੈਂਟ ਹੈ ਉਹਦੇ ਬੰਦੇ ਦੇ ਅੱਗੇ ਤੁਹਾਨੂੰ ਸਰੈਂਡਰ ਕਰਨਾ ਪੈਣਾ ਸਭ ਕੁਝ। ਨਹੀਂ ਦੇਖੋ, ਜਿਹੜੇ ਅਸੀਂ ਪੇਸ਼ੈਂਟਸ ਨੂੰ ਜ਼ਿਆਦਾਤਰ ਨਾ ਅਸੀਂ ਕਾਉਂਸਲਿੰਗ ਕਰਦੇ ਹਾਂ। ਮੈਂ ਤੁਹਾਨੂੰ ਅੱਜ ਦੀ ਗੱਲ ਸੁਣਾਉਣਾ, ਅੱਜ ਤੁਹਾਡੀ ਇੰਟਰਵਿਊ ਤੋਂ ਪਹਿਲਾਂ ਮੇਰੇ ਕੋਲ ਇੱਕ ਮਾਨਸਾ ਤੋਂ ਪੇਸ਼ੈਂਟ ਸੀਗੇ। ਉਹ ਮਾਨਸਾ ਤੋਂ ਜਿਹੜਾ ਪੇਸ਼ੈਂਟ ਆਇਆ ਮੇਰੇ ਕੋਲੇ, ਉਹ ਮੈਨੂੰ ਕਹਿੰਦਾ ਜੀ ਮੇਰੀ ਨਾ ਵਾਈਫ NRI ਆ। ਮੈਂ ਕਿਹਾ ਜੀ ਫੇਰ? ਕਹਿੰਦਾ ਵੀ ਮੇਰੇ ਨਾਲੋਂ ਉਹ 100 ਗੁਣਾ ਜ਼ਿਆਦਾ ਸੋਹਣੀ ਆ, ਕਿਉਂਕਿ ਬਾਹਰ ਕੈਨੇਡਾ ਅਮਰੀਕਾ ਉਹਨੇ ਘੁੰਮਿਆ ਹੋਇਆ। ਮਾਨਸਾ ਸਾਈਡ ਦੇ ਬੰਦੇ ਵਿਚਾਰੇ ਸਿੱਧੇ ਆ, ਥੋੜ੍ਹੇ ਜਿਹੇ ਸਾਊ ਨੇ ਅਤੇ ਸ਼ਹਿਰ ਘੱਟ ਆਉਂਦੇ ਆ। ਉਹ ਮੈਨੂੰ ਕਹਿੰਦਾ ਵੀ ਕੈਨੇਡਾ ਉਹਨੇ ਘੁੰਮਿਆ ਹੋਇਆ ਅਤੇ ਉਹਦੇ ਵਾਲ ਬੜੇ ਉਹਨੇ ਸਿੱਧੇ ਕਰਾਏ ਹੋਏ ਆ ਅਤੇ ਵਿਆਹ ਦੀ ਤਿਆਰੀ ਕੀਤੀ ਹੋਈ ਆ, ਬਿਊਟੀ ਪਾਰਲਰ ਡੇਲੀ ਜਾਂਦੇ ਆ। ਅਤੇ ਮੈਨੂੰ ਐਂ ਨਰਵਸ ਹੋ ਗਿਆ ਜੀ ਮੈਂ ਸ਼ਾਦੀ ਤੋਂ ਆਉਣ ਤੋਂ ਪਹਿਲਾਂ। ਅਤੇ ਮੈਂ ਕਿਹਾ ਵੀ ਤੂੰ ਘਰ ਵਾਲੀ ਨੂੰ ਜਿਹੜੀ ਨਾਲ ਵਿਆਹ ਹੋਣਾ ਉਹਨੂੰ ਪਹਿਲਾਂ ਮਿਲਿਆ? ਕਹਿੰਦਾ ਮਿਲਿਆ। ਮੈਂ ਕਿਹਾ ਜਦੋਂ ਪਹਿਲਾਂ ਮਿਲਿਆ ਸੀ ਉਦੋਂ? ਕਹਿੰਦਾ ਉਦੋਂ ਵੀ ਉਹ ਮੈਨੂੰ ਬਿਊਟੀ ਪਾਰਲਰ ਹੀ ਉਹਨੇ ਸੱਦ ਲਿਆ ਸੀ ਸ਼ਹਿਰ, ਵੀ ਮੈਂ ਤਿਆਰ ਹੋਣਾ ਗਾ ਜੀ। ਮੈਂ ਕਿਹਾ ਤੈਨੂੰ ਕਿਸ ਚੀਜ਼ ਦਾ ਨਰਵਸ ਆ? ਉਹ ਕਹਿੰਦਾ ਬਾਕੀ ਚੀਜ਼ਾਂ ਤੋਂ ਤਾਂ ਮੈਂ ਠੀਕ ਆ, ਪਰ ਮੈਨੂੰ ਇੱਕੋ ਚੀਜ਼ ਦਾ ਗੱਲ ਆ ਵੀ ਇੱਥੋਂ ਕੈਨੇਡਾ ਲਿਜਾ ਕੇ ਕਿਤੇ ਮੈਨੂੰ ਐਂ ਨਾ ਸਮਝਣ ਲੱਗ ਜੇ ਵੀ ਇਹਨੂੰ ਗਧੇ ਨੂੰ ਮੈਂ ਕਿੱਥੋਂ ਵਿਆਹ ਲਿਆਂਦਾ। ਉਹਦੇ ਆਪ ਦੀ ਵਰਡਿੰਗ ਸੀ ਕਿ ਮੈਂ ਇਹ ਬੰਦੇ ਨੂੰ ਗਧੇ ਨੂੰ, ਕਿਉਂਕਿ ਮੇਰੇ ਕੋਲ ਇੱਥੇ ਜ਼ਮੀਨ ਆ ਅਤੇ ਮੇਰੀ ਜਾਇਦਾਦ ਤਾਂ ਉੱਥੇ ਜਾਣੀ ਨਹੀਂ ਗਈ, ਪਰ ਘਰਦਿਆਂ ਨੇ ਮੈਨੂੰ ਕਹਿਤਾ, ਮੇਰੇ ਮਾਂ ਪਿਓ ਨੇ ਕਹਿਤਾ, ਉਹਨਾਂ ਕਰਕੇ ਮੈਂ ਰਿਲੇਸ਼ਨਸ 'ਚ ਵਿਆਹ ਕਰਾ ਰਿਹਾ। ਪਰ ਉੱਥੇ ਲਿਜਾ ਕੇ ਇਹ ਨਾ ਹੋਵੇ ਕਿ ਮੈਂ ਕਿਹਾ ਤੂੰ ਇਹ ਗੱਲ ਜੇ ਦਿਮਾਗ ਦੇ ਵਿੱਚ ਇੱਕ ਵਾਰੀ ਸੋਚ ਕੇ ਬਿਠਾ ਲਈ, ਇਹਨੂੰ ਵਾਸ਼ ਕਰਨਾ ਬਹੁਤ ਔਖਾ ਹੋ ਜਾਣਾ ਗਾ। ਇਸ ਕਰਕੇ ਤੂੰ ਵਾਈਫ ਨੂੰ ਪਿਆਰ ਹੀ ਇੰਨਾ ਕਰਨਾ ਗਾ, ਉਹਦੇ ਨਾਲ ਬੋਲ ਹੀ ਇੰਨੇ ਵਧੀਆ ਰੱਖਣੇ ਆ, ਉਹਦੇ ਨਾਲ ਸੰਬੰਧ ਹੀ ਇੰਨੇ ਵਧੀਆ ਬਣਾਉਣੇ ਆ। ਇਕੱਲੇ ਗ੍ਰਸਤ ਦੇ ਸੰਬੰਧ ਨਹੀਂ ਗੇ, ਸਾਰੀਆਂ ਚੀਜ਼ਾਂ ਦੇ ਸੰਬੰਧ ਇੰਨੇ ਵਧੀਆ ਬਣਾਉਣੇ ਆ ਕਿ ਉਹ ਵਾਰ-ਵਾਰ ਤੁਹਾਨੂੰ ਚੇਤੇ ਆਵੇ। ਜਿਵੇਂ ਮੈਂ ਸਿੰਪਲ ਉਦਾਹਰਨ ਤੁਹਾਨੂੰ ਦਿੰਦਾ ਕਿ ਲੋਕ ਕਹਿੰਦੇ ਮੈਂ ਪਿਆਰ ਬਹੁਤ ਕਰਦਾ। ਮੈਂ ਕਿਹਾ ਤੁਸੀਂ ਪਿਆਰ ਦੀ ਪਰਿਭਾਸ਼ਾ ਹੀ ਨਹੀਂ ਹਜੇ ਸਮਝੀ। ਜਿੱਥੇ ਗੱਲ ਕਰਦੇ ਆ ਨਾ ਜਿਨ ਪ੍ਰੇਮ ਕੀਓ ਉਹ ਤਿੰਨ ਹੀ ਪ੍ਰਭ ਪਾਇਓ, ਗੱਲ ਪ੍ਰੇਮ ਦੀ ਜਿੱਥੇ ਆਉਂਦੀ ਆ ਨਾ, ਹਜੇ ਅਸੀਂ ਉਹ ਪ੍ਰੇਮ ਨਹੀਂ ਕੀਤਾ। ਪ੍ਰੇਮ ਕਿਹਨੂੰ ਕਹਿੰਦੇ ਆ? ਘਰੇ ਅੱਗ ਲੱਗੀ ਹੋਵੇ ਤੇ ਬੰਦਾ ਦੇਖੋ ਕਿੰਨੀ ਸਪੀਡ ਨਾਲ ਜਾਂਦਾ। ਕੀ ਕਦੇ ਇੰਨੀ ਸਪੀਡ ਨਾਲ ਅਸੀਂ ਪ੍ਰੇਮ ਕੀਤਾ? ਕੀ ਅਸੀਂ ਕਦੇ ਇੰਨੀ ਸਪੀਡ ਦੇ ਨਾਲ ਆਪਣੇ ਆਪ ਨੂੰ ਸਰੈਂਡਰ ਕੀਤਾ? ਹੁਣ ਗੱਲ ਕੀ ਹੈ ਵੀ ਉਹਨਾਂ ਪ੍ਰੇਮ ਕਰਨ ਵਾਸਤੇ ਹਰ ਚੀਜ਼ ਤੁਹਾਨੂੰ ਭੁੱਲ ਸਕਦੀ ਹੈ, ਪਰ ਸਾਰੀ ਦਿਹਾੜੀ 'ਚ ਤੁਹਾਨੂੰ ਘਰ ਵਾਲੀ ਨਹੀਂ ਭੁੱਲਣੀ ਚਾਹੀਦੀ ਜੀ, ਪਰਿਵਾਰ ਨਹੀਂ ਭੁੱਲਣਾ ਚਾਹੀਦਾ। ਇਹ ਆ ਪ੍ਰੇਮ। ਪਰ ਆਪਾਂ ਪ੍ਰੇਮ ਨੂੰ ਲੈ ਕੇ ਤੇ ਹੋਰ ਜਾਂਦੇ, ਆਪਾਂ ਤਾਂ ਗ੍ਰਸਤ ਤੋਂ ਬਿਨਾਂ ਹੋਰ ਕਿਤੇ ਗੱਲ ਹੀ ਨਹੀਂ ਕਰਦੇ। ਉਹਨਾਂ ਦੀਆਂ ਜ਼ਰੂਰਤਾਂ ਤੋਂ ਲੈ ਕੇ ਬੰਦੇ ਨੇ ਜੇ ਜਨਾਨੀਆਂ ਦੀ ਜ਼ਰੂਰਤ ਪੂਰੀ ਕਰਤੀ ਉਹ ਸੁਣਾਈ ਜਾਂਦਾ, ਔਰ ਬਹੁਤ ਸਾਰੇ ਬੰਦੇ ਤਾਂ ਜਨਾਨੀ ਬੰਦੇ ਨੂੰ ਸੁਣਾਈ ਜਾਂਦੀ ਹੈ, ਬੰਦਾ ਜਨਾਨੀ ਨੂੰ ਸੁਣਾਈ ਜਾਂਦਾ, ਜ਼ਰੂਰਤਾਂ ਹੀ ਸੁਣਾਈ ਜਾਂਦੇ। ਹਾਲਾਂਕਿ ਉਹ ਪ੍ਰੇਮ ਨਹੀਂ ਹੈਗਾ, ਉਹ ਇੱਕ ਵਪਾਰਿਕ ਸਿਸਟਮ ਬਣ ਗਿਆ। ਉਹਦੇ ਨਾਲੋਂ ਫਿਰ ਬੰਦਾ ਫੈਡਅਪ ਹੋ ਕੇ ਜਾਂ ਜਨਾਨੀ ਫੈਡਅਪ ਹੋ ਕੇ ਸਮਝਦੀ ਹੈ ਵੀ ਇਸ ਬੰਦੇ ਨਾਲੋਂ 100 ਕੋ ਦੂਰ ਆਪਾਂ ਚੰਗੇ ਆ ਜੀ। ਉਹ ਬੋਲੇ ਹੋਏ ਜਿਹੜੇ ਸ਼ਬਦ ਨੇ ਉਹ ਕਦੇ ਵੀ ਦੂਰ ਨਹੀਂ ਜਾਂਦੇ। ਫਾਰਮੂਲਾ ਕੀ ਹੈ? ਸਾਨੂੰ ਗੁੱਸਾ ਆਵੇ, ਅਸੀਂ ਕਿਸ ਤਰੀਕੇ ਨਾਲ ਕੰਟਰੋਲ ਕਰੀਏ? ਜਜ਼ਬਾਤ ਹਰੇਕ ਅੰਦਰ ਨੇ, ਕਿਸ ਤਰੀਕੇ ਨਾਲ ਅਸੀਂ ਕੰਟਰੋਲ ਕਰ ਸਕਦੇ ਹਾਂ? ਇਹ ਗੱਲਾਂ ਨੇ ਜਿਹੜੀਆਂ। ਦੇਖੋ, ਜਿਹੜੇ ਅਸੀਂ ਸਾਈਕੋ ਦੀ ਕਲਾਸ ਜਿਹੜੀ ਹੁਣ ਅਸੀਂ ਹਫ਼ਤੇ ਬਾਅਦ ਇੱਕ ਲਾਉਂਦੇ ਹਾਂ,
ਖਾਸ ਕਰਕੇ ਜਿਹੜੀ ਗੁੱਸੇ ਦੇ ਉੱਤੇ ਕਲਾਸ ਹੈ, ਲਵਿੰਗ ਕਲਾਸ ਆ, ਲਾਫਿੰਗ ਕਲਾਸ ਆ, ਹੱਸਣ ਦਾ ਵੀ ਆਪਣਾ ਯੋਗ ਆ, ਬੋਲਣ ਦੀਆਂ ਕਲਾਸਿਸ ਨੇ। ਜਦੋਂ ਵੀ ਤੁਸੀਂ ਗੱਲ ਕੋਈ ਸੁਣਨੀ ਹੈ ਤਾਂ ਸੁਣਨ ਤੋਂ ਬਾਅਦ ਉਹਦੇ 'ਚ ਵਿਸ਼ਰਾਮ ਦੇਣਾ ਗਾ। ਜਿਹੜੇ ਬੰਦਿਆਂ ਨੂੰ ਵਿਸ਼ਰਾਮ ਦੇਣਾ ਆ ਗਿਆ, ਮੈਂ ਤੁਹਾਨੂੰ ਇੱਕ ਸਿੰਪਲ ਉਦਾਹਰਨ ਦਿੰਦਾ, ਹਾਂ, ਜਿਹਨੂੰ ਸਹਿਜ ਵੀ ਕਹਿ ਸਕਦੇ ਹਾਂ, ਰੁਕਣਾ ਵੀ ਕਹਿ ਸਕਦੇ ਹਾਂ, ਸਟਾਪ ਵੀ ਕਹਿ ਸਕਦੇ ਹਾਂ। ਸਾਡੇ ਵਾਸਤੇ ਲਗਾਤਾਰ ਗੱਡੀ ਚੱਲਦੀ ਰਹੂਗੀ ਤਾਂ ਕਿਤੇ ਨਾ ਕਿਤੇ ਡਿੱਗ ਜੂਗੀ ਸਮੁੰਦਰ 'ਚ ਜਾ ਕੇ। ਇਸੇ ਕਰਕੇ ਲਾਲ ਬੱਤੀਆਂ ਲਾਈਆਂ ਨੇ ਤੇ ਖੱਬੇ ਸੱਜੇ ਵਾਲੇ ਸਾਰੇ ਟਰਨ ਲਾਏ ਨੇ। ਜਿਹੜੀ ਸਾਡੇ ਅੰਦਰ ਖੜੋਤ ਖਤਮ ਹੁੰਦੀ ਜਾਂਦੀ ਹੈ, ਤੇਜ਼ੀ ਫੜ ਰਿਹਾ ਸਾਡਾ ਮਨ, ਹਰ ਬੰਦਾ ਇੱਥੇ ਸਪੀਡ 'ਚ ਹੈ। ਦੋ ਚੀਜ਼ਾਂ ਦੇ ਉੱਤੇ ਸਪੀਡ ਕੰਮ ਕਰਦੀ ਹੈ। ਸਹਿਜਤਾ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ, ਯੋਗ ਕਰਦੇ ਹੋ, ਜਦੋਂ ਤੁਸੀਂ ਮੈਡੀਟੇਸ਼ਨ ਕਰਦੇ ਹੋ, ਪਾਠ ਕਰਦੇ ਹੋ, ਨਿਤਨੇਮ ਕਰਦੇ ਹੋ, ਜਾਂ ਤੁਸੀਂ ਕੁਰਾਨ ਸ਼ਰੀਫ ਪੜ੍ਹਦੇ ਹੋ, ਜਾਂ ਤੁਸੀਂ ਸ਼ੁੱਕਰਵਾਰ ਨੂੰ ਨਮਾਜ਼ ਪੜ੍ਹਦੇ ਹੋ, ਉਦੋਂ ਤੁਹਾਡੀ ਧੜਕਣ ਦੀ ਜਿਹੜੀ ਮਾਤਰਾ ਘਟ ਜਾਂਦੀ ਹੈ। ਤੁਸੀਂ 2 ਸਾਹਾਂ ਤੋਂ 4 ਸਾਹਾਂ ਜਿੰਨਾ ਕੰਮ ਲੈਂਦੇ ਹੋ। ਪਰਮਾਤਮਾ ਨੇ ਤੁਹਾਨੂੰ ਸਾਹ ਦਾ ਅੰਜਲ ਦੇ ਕੇ ਭੇਜਿਆ ਗਾ। ਇੱਕ ਤੁਹਾਡੇ ਖਾਤੇ 'ਚ ਸਾਹ ਪਾਤੇ ਵੀ ਇੰਨੇ ਸਾਹ ਤੁਹਾਨੂੰ ਮਿਲਣੇ ਆ। ਹੁਣ ਇਸ ਤੋਂ ਉਲਟ ਆ ਜਾਓ, ਜਦੋਂ ਤੁਸੀਂ ਗ੍ਰਸਤ ਕਰਦੇ ਹੋ ਤਾਂ ਇੱਕ ਸਾਹ ਦੇ ਵਿੱਚ 5 ਸਾਹਾਂ ਦੀ ਵਰਤੋਂ ਕਰਦੇ ਹੋ, ਕਿਉਂਕਿ ਤੁਹਾਡੀ ਤੇਜ਼ੀ ਵੱਧਦੀ ਹੈ। ਉਸੇ ਤੇਜ਼ੀ ਤੋਂ ਸਾਨੂੰ ਬਕਾਇਆ, ਇਸੇ ਤੇਜ਼ੀ ਤੋਂ ਸਾਨੂੰ ਪਿੱਛੇ ਮੁੜਿਆ, ਬਾਂਹ ਫੜ ਕੇ ਪਿੱਛੇ ਕੀਤਾ ਗਾ। ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਢਾਲੇ। ਗ੍ਰਸਤ ਜੋ ਕਰਨ ਵੇਲੇ ਤੁਹਾਡੀ ਤੇਜ਼ੀ ਵੱਧਦੀ ਹੈ। ਇਹੀ ਕਨਸੈਪਟ ਤੁਹਾਡੀ ਜ਼ਿੰਦਗੀ ਦੇ ਵਿੱਚ ਲਿਆ ਕੇ ਤੁਹਾਡੇ ਬੋਲ ਨੇ। ਜਦੋਂ ਤੁਸੀਂ ਚੰਗੇ ਭਲੇ ਬੈਠੇ ਬੰਦੇ ਨੂੰ ਮਾੜੀ ਜਿਹੀ ਉਂਗਲ ਲਾ ਕੇ ਕਹਿ ਦੇਣਾ ਗਾ, ਹੁਣ ਬੰਦੇ ਨੂੰ ਕਹਿਤਾ, ਤੁਰੇ ਜਾਂਦੇ ਬੰਦੇ ਨੂੰ ਆਪਾਂ ਛੇੜਤਾ, ਉਹਦੇ ਅੰਦਰ ਤੇਜ਼ੀ ਲਿਆਤੀ, ਤਾਂ ਉਹ 'ਚ ਤੁਸੀਂ ਕਿਤੇ ਨਾ ਕਿਤੇ ਦੋਸ਼ੀ ਹੋ। ਸੇਮ ਕਨਸੈਪਟ ਦੀਆਂ ਅਸੀਂ ਕਲਾਸਾਂ ਲਾਉਂਦੇ ਕਿ ਜਿਹੜਾ ਸ਼ਬਦ, ਜੇ ਤੁਹਾਨੂੰ ਘਰ ਵਾਲੀ ਨੇ ਕੋਈ ਗੱਲ ਕਹਿਤਾ, ਹੁਣ ਘਰ ਵਾਲੀ ਦਾ ਵੱਧਦਾ BP, ਬੰਦਾ ਸਾਊ ਆ, ਉਹਨੂੰ ਸਮਝ ਲੈਣਾ ਚਾਹੀਦਾ ਕਿ ਇਹਦਾ BP ਵੱਧਦਾ, ਇਹ ਨਹੀਂ ਬੋਲ ਰਹੀ, ਇਹਦੇ ਅੰਦਰ ਬੈਠਾ BP ਬੋਲ ਰਿਹਾ ਹੈਗਾ। ਅਤੇ 1 ਮਿੰਟ ਬਾਅਦ ਜੇ ਉਹ ਜਵਾਬ ਦੇਣ ਲੱਗ ਜੇ ਤਾਂ ਘਰ ਦਾ ਕਲੇਸ਼ ਖਤਮ ਹੋ ਜਾਂਦਾ। ਇਸੇ ਤਰੀਕੇ ਨਾਲ ਘਰ ਵਾਲੇ ਦਾ ਕੰਮ ਆ। ਜੇ ਘਰ ਵਾਲਾ ਕਿਤੇ ਜ਼ਿਆਦਾ ਫੈਡ ਅਪ ਆ, ਕਾਰੋਬਾਰ ਚਲਾ ਰਿਹਾ, ਬਿਜ਼ਨਸ ਚਲਾ ਰਿਹਾ, ਉਹ ਕਿਤੇ ਪਰੇਸ਼ਾਨ ਆ, ਲੇਬਰ ਕਰਕੇ ਪਰੇਸ਼ਾਨ ਆ, ਕਾਰੋਬਾਰ ਦਾ ਪਰੇਸ਼ਾਨ ਆ, ਕਾਰੋਬਾਰ ਨਹੀਂ ਚੱਲ ਰਿਹਾ, ਜਾਂ ਹੋਰ ਕਿਸੇ ਸਰਕਾਰੀ ਦਰਬਾਰੇ ਅਦਾਰੇ ਤੋਂ ਪਰੇਸ਼ਾਨ ਹੈ, ਅਤੇ ਘਰਦਿਆਂ ਨੂੰ ਚਾਹੀਦਾ ਕਿ ਇਹ ਬੰਦਾ ਬਾਹਰ 100 ਬੰਦਿਆਂ ਨਾਲ ਪਬਲਿਕ ਡੀਲਿੰਗ ਕਰਕੇ ਆਇਆ, ਇਹਦਾ ਮੂਡ ਕਿਸੇ ਵੀ ਬੰਦੇ ਕਰਕੇ ਖਰਾਬ ਹੋ ਸਕਦਾ, ਅਤੇ 10 ਮਿੰਟ ਉਹਦੀ ਆਪਾਂ ਵੇਟ ਕਰ ਲਈਏ ਇਹਦੀ ਜਵਾਬ ਦੇਣ ਵਾਸਤੇ। ਇੱਕ ਬੰਦਾ ਮੌਤ ਦੇ ਮੂੰਹ 'ਚ ਜਾਂਦਾ ਹੋਵੇ ਕਿ ਮੈਂ ਸੁਸਾਈਡ ਕਰਨ ਜਾ ਰਿਹਾ, ਸਿਰਫ ਤੁਸੀਂ ਉਹਨੂੰ 5 ਮਿੰਟ ਵਾਸਤੇ, ਵੀ ਮਰ ਤਾਂ ਤੂੰ ਜਾਣਾ ਹੀ ਹੈ ਨਾ, ਸਿਰਫ 5 ਮਿੰਟ ਵਾਸਤੇ ਇੱਥੇ ਬਹਿ ਜਾ, ਅਤੇ ਮੈਂ ਤੁਹਾਨੂੰ ਗਰੰਟੀ ਕਰਦਾ ਕਿ 5 ਮਿੰਟ ਬਾਅਦ ਉਹ ਬੰਦਾ ਮਰਨ ਤੋਂ ਬਚਾਇਆ ਜਾ ਸਕਦਾ ਜੀ। ਔਰ ਹਜ਼ਾਰਾਂ ਬੰਦੇ ਬਚੇ ਆ ਇਸ ਥਿਓਰੀ ਦੇ ਨਾਲ। ਮੈਂ ਹਜ਼ਾਰਾਂ ਬੰਦਿਆਂ ਦੇ ਤਲਾਕ ਹੋਣ ਤੋਂ ਬਚਾਏ ਹੈ, ਜਿਹੜੇ ਬੰਦਿਆਂ ਨੂੰ ਇਹ ਗੱਲ ਸਮਝਾਈ ਹੈ ਕਿ ਅੱਜ ਤਲਾਕ ਨਾ ਲੈ, ਕੀ ਪਤਾ ਇਸ ਤੋਂ ਜ਼ਿਆਦਾ ਡੇਂਜਰ ਬੰਦੇ ਨਾਲ ਤੇਰਾ ਵਾਹ ਪੈ ਜੇ। ਉਹ ਸੈਕਰੀਫਾਈਸ ਕਰਕੇ, ਪਰ ਤੇਰੇ ਬੋਲ ਕਬੋਲ ਸਮਝਾਉਣ ਦੀ ਲੋੜ ਹੈ। ਪਰਿਵਾਰਾਂ ਦੀਆਂ ਜਿਨ੍ਹਾਂ ਦੀਆਂ ਅਸੀਂ ਹਿਸਟਰੀਆਂ ਲੈਂਦੇ ਹਾਂ, ਐਸੇ ਐਸੇ ਬੋਲ ਕਬੋਲ ਨੇ, ਬੰਦਾ ਵੀ ਠੀਕ ਆ, ਜਨਾਨੀ ਵੀ ਠੀਕ ਹੈ, ਪਰ ਸੱਸ ਨਹੀਂ ਟਿਕਣ ਦਿੰਦੀ। ਪਰ ਹੁਣ ਉੱਥੇ ਕੀ ਕਰਿਆ ਜਾਵੇ? ਬੰਦਾ ਕਹਿੰਦਾ ਮੈਂ ਮਾਂ ਨੂੰ ਛੱਡਦਾ, ਤਾਂ ਲੋਕ ਕੀ ਕਹਿਣਗੇ? ਨੂੰਹ ਕਹਿੰਦੀ, ਜਿਹੜੀ ਘਰ ਦੀ ਨੂੰਹ ਆ, ਉਹ ਕਹਿੰਦੀ ਹੈ ਵੀ ਇਹ ਮੇਰੀ ਬਾਤ ਨਹੀਂ ਪੁੱਛਦਾ, ਮਾਂ ਦੀ ਗੱਲ ਸੁਣਦਾ। ਮਾਂ ਨੇ ਜੰਮਿਆ, ਪਰ ਬੰਦਾ ਵਿੱਚ ਵਿਚਾਲੇ ਫਸ ਗਿਆ। ਔਰ ਉੱਥੇ ਰਿਲੇਸ਼ਨਸ ਬਣਾਉਣ ਵਾਸਤੇ ਵੀ ਬਹੁਤ ਵੱਡਾ ਸੈਕਰੀਫਾਈਸ ਬੰਦੇ ਨੂੰ ਕਰਨਾ ਪੈਂਦਾ ਹੈ। ਸੋ ਇਸ ਕਰਕੇ ਤੁਹਾਡੇ ਬੋਲ ਜਿਹੜੇ ਆ, ਉਹ ਬਹੁਤ ਵੱਡਾ ਤੁਹਾਡੀ ਜ਼ਿੰਦਗੀ ਦੇ ਵਿੱਚ ਰੋਲ ਅਦਾ ਕਰਦੇ ਆ ਜੀ। ਸੋ ਤੁਸੀਂ ਇੱਥੇ ਇਕੱਲਾ ਦਵਾਈਆਂ ਹੀ ਨਹੀਂ, ਦਵਾਈਆਂ ਤੋਂ ਬਿਨਾਂ ਵੀ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਟ੍ਰੀਟਮੈਂਟ ਦਿੰਦੇ ਹੋ ਬੋਲਾਂ ਦੇ ਨਾਲ। ਅਸੀਂ ਕੋਸ਼ਿਸ਼ ਕਰਦੇ ਹਾਂ ਜੀ। ਬਹੁਤ ਸਾਰੇ ਸਿਆਣੇ ਬੰਦੇ ਸਾਡੇ ਨਾਲ, ਤਜਰਬੇਕਾਰ ਮਾਸਟਰਸ ਨੇ, ਰਿਟਾਇਰ ਜਿਹੜੇ ਬੰਦੇ ਬੜੇ ਬੜੇ ਸਿਸਟਮ 'ਚੋਂ ਰਿਟਾਇਰ ਹੋਏ ਨੇ, ਸਰਕਾਰੀ ਜੋਬਾਂ ਤੋਂ ਰਿਟਾਇਰ ਹੋਏ ਆ, ਅਤੇ ਸਾਈਕੋ ਪੜ੍ਹਾਉਂਦੇ ਹਾਂ। ਮੈਂ ਖੁਦ ਵੀ ਸਾਈਕੋ ਪੜ੍ਹ ਰਿਹਾ ਗਾ ਜੀ। ਅਤੇ ਸਾਈਕੋ ਦੇ ਜਿਹੜੇ ਮਰੀਜ਼ ਨੇ, ਉਹ ਇਸੇ ਕਰਕੇ ਜ਼ਿਆਦਾ ਹੋਈ ਜਾਂਦੇ ਆ ਕਿ ਉਹ ਆਪਣੇ ਐਕਸੈਪਟੇਬਲ ਨੂੰ ਖੜਾਉਂਦੇ ਨਹੀਂ ਗੇ, ਆਪਣੀਆਂ ਇੱਛਾਵਾਂ ਨੂੰ ਬੰਦ ਨਹੀਂ ਕਰਦੇ। ਹਰ ਬੰਦੇ ਨੂੰ ਵੱਡੀ ਚੀਜ਼ ਚਾਹੀਦੀ ਹੈ। ਇਹ ਦਿਲ ਮੰਗੇ ਮੋਰ ਵਾਲੀ ਗੱਲ, ਉਹ ਕਿਸੇ 'ਤੇ ਵੀ ਫਿੱਟ ਹੋ ਸਕਦੀ ਹੈ। ਤਾਂ ਉੱਥੇ ਅਸੀਂ ਫਿਰ ਕਾਉਂਸਲਿੰਗ ਕਰਕੇ ਬੰਦੇ ਨੂੰ ਸਮਝਾਉਂਦੇ ਹਾਂ ਕਿ ਸਾਈਕਲ ਵਾਲਾ ਬੰਦਾ, ਤੂੰ ਸਕੂਟਰ ਤੱਕ ਦੀ ਤਾਂ ਗੱਲ ਕਰ ਲਾ, ਪਰ ਤੂੰ ਜਹਾਜ਼ ਵਾਲੇ ਪਾਸੇ ਨੂੰ ਨਾ ਤੁਰ ਪਈ, ਤੇ ਨਹੀਂ ਤਾਂ ਮਾਤੀ ਮਾਰੀ ਜਾਣੀ ਹੈ। ਤਾਂ ਉਨੀਆਂ ਕਿ ਜਦੋਂ ਸਾਡੀਆਂ ਇੱਛਾਵਾਂ ਨੂੰ ਅਸੀਂ ਆਪਣੇ ਕੰਟਰੋਲ 'ਚ ਰੱਖਦੇ ਹਾਂ ਅਤੇ ਪਰਮਾਤਮਾ ਦੇ ਦਾਇਰੇ 'ਚ ਰਹਿੰਦੇ ਹਾਂ, ਅਤੇ ਉਹਦਾ ਸ਼ੁਕਰੀਆ ਅਦਾ ਕਰਦੇ ਹਾਂ। ਹਰ ਰੋਜ਼ ਉਹਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਮੇਰੇ ਨਾਲੋਂ ਥੱਲੇ ਵਾਲੇ ਵੀ ਬਹੁਤ ਹੈਗੇ ਆ। ਉਦੋਂ ਫਿਰ ਕਿਤੇ ਜਾ ਕੇ ਮਨ ਖੜਨਾ ਸ਼ੁਰੂ ਹੁੰਦਾ। ਮੈਡੀਟੇਸ਼ਨ ਦੀਆਂ ਕਲਾਸਾਂ ਦੇ ਵਿੱਚ ਵੀ ਸਾਡਾ ਇੱਕ ਨਵਾਂ ਅਸੀਂ ਮੈਡੀਟੇਸ਼ਨ ਕਲਾਸ ਲਵਾਉਂਦੇ ਹਾਂ, ਜਿਹਦੇ ਵਿੱਚ ਤੁਹਾਨੂੰ ਜਿਵੇਂ ਨੀਂਦ ਦੀਆਂ ਕਲਾਸਾਂ ਨੇ। ਹੁਣ ਨੀਂਦ ਦੀਆਂ ਅਸੀਂ ਬਹੁਤ ਸਾਰੇ ਬੰਦਿਆਂ ਨੂੰ ਇਕੱਲੀ ਮੈਡੀਟੇਸ਼ਨ ਕਰਾਉਂਦੇ ਹਾਂ, ਅਤੇ ਐਤਕੀ ਮੈਡੀਟੇਸ਼ਨ ਦੀ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਜ਼ਰੀਏ ਨਾਲ ਜਿਹੜੇ ਲੋਕਾਂ ਨੂੰ ਆਪਾਂ ਇੰਟਰਵਿਊ ਕਰਾਂਗੇ ਜਿਹੜੇ ਲਗਾਤਾਰ ਨੀਂਦ ਦੀ ਗੋਲੀ ਖਾਂਦੇ ਆ ਅਤੇ ਨੀਂਦ ਆਉਂਦੀ ਹੈ।
ਔਰ ਨੀਂਦ ਦੀ ਗੋਲੀ ਤੋਂ ਬਿਨਾਂ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਉਹਨਾਂ ਨੂੰ 1 ਘੰਟੇ ਦੀ ਆਪਾਂ ਸ਼ਾਮ ਨੂੰ ਮੈਡੀਟੇਸ਼ਨ ਕਰਾਉਣੀ ਹੈ ਤਾਂ ਦੂਜੇ ਦਿਨ ਸਵੇਰੇ ਇਕੱਲੀ ਮੈਡੀਟੇਸ਼ਨ ਦੇ ਜ਼ਰੀਏ ਬਿਨਾਂ ਦਵਾਈ ਤੋਂ ਸੌਣਗੇ ਜੀ। ਕਿਉਂਕਿ ਜਦੋਂ ਤੁਹਾਡਾ ਦਿਮਾਗ ਦੇ ਰਿਲੈਕਸ, ਦਿਮਾਗ ਦੇ ਸੈੱਲ ਤੇ ਦਿਮਾਗ ਦਾ ਡੋਪਾਮਾਈਨ ਕੰਮ ਕਰਨਾ ਬੰਦ ਕਰ ਦਿੰਦਾ, ਸੁਸਤੀ ਪੈਣੀ ਸ਼ੁਰੂ ਹੋ ਜਾਂਦੀ, ਫਿਰ ਤੁਹਾਨੂੰ ਨੀਂਦ ਆਉਂਦੀ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਬਹੁਤ ਕੀਮਤੀ ਜਾਣਕਾਰੀ ਹੈ। ਮੈਨੂੰ ਲੱਗਦਾ ਕਿ ਤੁਸੀਂ ਇੱਕ ਗੱਲ ਤੁਹਾਡੀ ਕਰੋੜ ਰੁਪਏ ਦੀ ਹੈ, ਜਿਹੜੀ ਜੇਕਰ ਲੋਕਾਂ ਨੂੰ ਸਮਝ ਆਏਗੀ ਤਾਂ ਸਾਡਾ ਜਿਹੜਾ ਪਰਿਵਾਰਿਕ ਤਾਣਾ ਬਾਣਾ ਹੈ ਉਹ ਬਹੁਤ ਜ਼ਿਆਦਾ, ਜਿਹਨੂੰ ਅਸੀਂ ਪੰਜਾਬੀ 'ਚ ਕਹਿ ਸਕਦੇ ਕਿ ਸੂਤ ਹੋ ਸਕਦਾ ਹੈ।